ਆਮ ਆਦਮੀ ਪਾਰਟੀ ਨੂੰ ਇੱਕ ਵੱਡਾ ਝਟਕਾ ਲੱਗ ਸਕਦਾ, ਕਿਉਂਕਿ ਉਹਨਾਂ ਦੇ ਇੱਕ ਸੰਸਦ ਮੈਂਬਰ ਦੀ ਮੈਂਬਰਸ਼ਿਪ ਜਾ ਸਕਦੀ ਹੈ। ਕਿਹੜੇ ਸੰਸਦ ਮੈਂਬਰ ਦੀ ਮੈਂਬਰਸ਼ਿਪ ਦੇ ਉੱਪਰ ਤਲਵਾਰ ਲਟਕੀ ਹੈ ਤੇ ਕਿੰਨਾ ਕਾਰਨਾਂ ਕਰਕੇ ਤਲਵਾਰ? ਗੱਲਬਾਤ ਉਸ ਸੰਸਦ ਮੈਂਬਰ ਦੀ ਕਰਾਂਗੇ ਤੇ ਕਾਰਨਾਂ ਦੀ ਕਰਾਂਗੇ। ਨਾਲ ਹੀ ਨਾਲ ਗੱਲਬਾਤ ਕਰਾਂਗੇ ਪੰਜਾਬ ਸਰਕਾਰ ਦੇ ਵੱਡੇ ਵਾਅਦੇ, ਜਿਸ ਵਾਅਦੇ ਨੂੰ ਪੂਰਾ ਕਰਨ ਦੇ ਲਈ ਵੱਡੇ ਵੱਡੇ ਇਸ਼ਤਿਹਾਰ ਜਾਰੀ ਕਰ ਦਿੱਤੇ ਗਏ ਨੇ, ਲੇਕਿਨ ਜ਼ਮੀਨੀ ਹਕੀਕਤ ਕੁਝ ਹੋਰ ਬਿਆਨ ਕਰ ਰਹੀ ਹੈ। ਕਿਹੜਾ ਵੱਡਾ ਵਾਅਦਾ ਹੈ ਤੇ ਕਿਸ ਤਰੀਕੇ ਦੇ ਨਾਲ ਉਸਦੀ ਅਸਲੀਅਤ ਹੈ, ਗੱਲਬਾਤ ਉਸਦੇ ਉੱਪਰ ਕਰਾਂਗੇ। ਨਾਲ ਹੀ ਨਾਲ ਗੱਲਬਾਤ ਕਰਾਂਗੇ ਵਿਭਾਗਾਂ ਦੀ, ਉਹਨਾਂ ਵੱਡੇ ਵਿਭਾਗਾਂ ਦੀ ਜਿਨ੍ਹਾਂ ਦੇ ਵਿੱਚ ਵੱਡੇ ਅਹੁਦੇ ਅਜੇ ਤੱਕ ਖਾਲੀ ਨੇ, ਲੇਕਿਨ ਮਾਨ ਸਰਕਾਰ ਸ਼ਾਇਦ ਇਹਨਾਂ ਅਹੁਦਿਆਂ ਨੂੰ ਭਰਨ ਦੇ ਵਿੱਚ ਕੋਈ ਦਿਲਚਸਪੀ ਨਹੀਂ ਦਿਖਾ ਰਹੀ। ਕੀ ਕਾਰਨ ਨੇ, ਗੱਲਬਾਤ ਉਹਨਾਂ ਕਾਰਨਾਂ ਦੇ ਉੱਪਰ ਕਰਾਂਗੇ। ਸਤਿ ਸ਼੍ਰੀ ਅਕਾਲ, ਮੈਂ ਲਖਵਿੰਦਰ ਸਿੰਘ ਮਾਨ ਤੇ ਤੁਸੀਂ ਦੇਖ ਰਹੇ ਹੋ ਖਬਰ ਸਵੇਰ। ਅੱਜ ਇਸ ਪ੍ਰੋਗਰਾਮ ਦੇ ਵਿੱਚ ਇਹਨਾਂ ਖਬਰਾਂ ਦੇ ਉੱਪਰ ਵਿਸਥਾਰ ਦੇ ਨਾਲ ਚਰਚਾ ਕਰਨ ਦੇ ਲਈ ਮੇਰੇ ਨਾਲ ਨੇ ਪ੍ਰੋਫੈਸਰ ਮਨਜੀਤ ਸਿੰਘ ਅਣਖੀ। ਸਭ ਤੋਂ ਪਹਿਲਾਂ ਸਵਾਗਤ ਕਰ ਰਹੇ ਹਾਂ ਅਣਖੀ ਜੀ, ਸਵਾਗਤ ਹੈ ਪ੍ਰੋਗਰਾਮ। ਬਹੁਤ ਬਹੁਤ ਸ਼ੁਕਰੀਆ ਮਾਨ ਸਾਹਿਬ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਅਣਖੀ ਸਾਹਿਬ, ਖਬਰਾਂ ਬੜੀਆਂ ਅਹਿਮ ਨੇ। ਖਬਰ ਉਹ ਵੀ ਬੜੀ ਅਹਿਮ ਹੈ ਕਿ ਪੰਜਾਬ ਦੇ ਵਿੱਚ ਬੰਦ ਦੀ ਕਾਲ ਕਿਸ ਵੱਲੋਂ ਕੀਤੀ ਗਈ ਹੈ, ਕਿਉਂ ਕੀਤੀ ਗਈ ਹੈ, ਕਿੰਨੀ ਪ੍ਰਭਾਵਸ਼ਾਲੀ ਹੋਗੀ, ਆਪਾਂ ਉਹ ਖਬਰ ਦੇ ਉੱਪਰ ਵੀ ਵਿਸਥਾਰ ਨਾਲ ਚਰਚਾ ਕਰਾਂਗੇ। ਲੇਕਿਨ ਸਭ ਤੋਂ ਪਹਿਲਾਂ ਅਹਿਮ ਖਬਰ ਪੰਜਾਬ ਸਰਕਾਰ ਨਾਲ ਸੰਬੰਧਿਤ ਵੱਡੇ ਵਾਅਦੇ ਨੇ, ਕਿਉਂਕਿ ਪਿਛਲੇ ਦਿਨੀ 12,700 ਕੱਚੇ ਅਧਿਆਪਕਾਂ ਨੂੰ ਪੱਕੇ ਕਰਨ ਦੇ ਆਰਡਰ ਨੇ ਜੋ ਮਾਨ ਸਰਕਾਰ ਵੱਲੋਂ ਜਾਰੀ ਕੀਤੇ, ਜਿਨ੍ਹਾਂ ਨੂੰ ਲੈ ਕੇ ਸਰਕਾਰ ਦੇ ਵੱਲੋਂ ਹੁਣ ਇਸ਼ਤਿਹਾਰਬਾਜ਼ੀ ਵੀ ਸ਼ੁਰੂ ਕਰ ਦਿੱਤੀ ਹੈ ਕਿ ਅਸੀਂ ਆਪਣਾ ਵੱਡਾ ਵਾਅਦਾ ਪੱਕਾ ਕਰਤਾ, ਵਾਅਦਾ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ। ਲੇਕਿਨ ਜੇਕਰ ਇਹਨਾਂ ਅਧਿਆਪਕਾਂ ਦੀ ਗੱਲ ਕਰੀਏ, 8736 ਦੀ ਗੱਲ ਕਰੀਏ ਤਾਂ ਉਹ ਅਜੇ ਵੀ ਟੈਂਕੀਆਂ ਦੇ ਉੱਪਰ ਨੇ। ਤੇ ਜਦੋਂ ਇਹ ਆਰਡਰ ਜਾਰੀ ਕੀਤੇ ਗਏ ਸੀ ਇਹਨਾਂ ਅਧਿਆਪਕਾਂ ਦੇ ਵੱਲੋਂ, ਜਥੇਬੰਦੀਆਂ ਦੇ ਵੱਲੋਂ, ਇਹਨਾਂ ਆਰਡਰਾਂ ਦੀਆਂ ਕਾਪੀਆਂ ਨੂੰ ਵੀ ਸਾੜਿਆ ਗਿਆ। ਕਾਰਨ ਦੱਸੇ ਗਏ ਸੀ ਕਿ ਸਾਡੇ ਦੇ ਉੱਪਰ ਕੋਈ ਸਰਵਿਸ ਰੂਲ ਲਾਗੂ ਨਹੀਂ ਕੀਤੇ ਆਰਡਰਾਂ ਦੇ। ਤਾਂ ਆਰਡਰਾਂ ਦੇ ਵਿੱਚ ਮੈਟਰਨਿਟੀ ਲੀਵ ਦੀ ਗੱਲ ਕੀਤੀ ਗਈ ਹੈ ਤੇ ਸਾਡੇ ਵਿੱਚ ਤਾਂ ਪਹਿਲਾਂ ਬਹੁਤ ਜ਼ਿਆਦਾ ਪਹਿਲੇ ਓਵਰੇਜ ਹੋ ਚੁੱਕੇ ਨੇਗੇ, ਤਾਂ ਸਾਨੂੰ ਜ਼ਰੂਰਤ ਨਹੀਂ। ਦੂਜੀ 58 ਸਾਲ ਦੀ ਗੱਲ ਮਾਨ ਸਾਹਿਬ ਕਰਦੇ ਨਜ਼ਰ ਆਏ ਸੀ ਕਿ 58 ਸਾਲ ਤੱਕ ਇਹਨਾਂ ਨੂੰ ਕੋਈ ਕੱਢ ਨਹੀਂ ਸਕੇਗਾ। ਇਸ ਗੱਲ ਨੂੰ ਵੀ ਡਿਨਾਈ ਕੀਤਾ ਜਥੇਬੰਦੀਆਂ ਦੇ ਵੱਲੋਂ ਵੀ ਸਾਨੂੰ ਹੁਣ ਤੱਕ ਕੱਢੀ ਨਹੀਂ। ਸੋ ਇੱਕ ਪਾਸੇ ਜਥੇਬੰਦੀਆਂ ਦੇ ਆਪਣੇ ਤਰਕ ਨੇ ਤੇ ਦੂਸਰੇ ਪਾਸੇ ਹੁਣ ਇਸ਼ਤਿਹਾਰ, ਵੱਡੇ ਵੱਡੇ ਇਸ਼ਤਿਹਾਰ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ। ਕਿਵੇਂ ਦੇਖ ਰਹੇ ਹੋ ਇਹਨਾਂ ਪੂਰੇ ਸਿਨੈਰੀਓ ਨੂੰ? ਹੁਣ ਸਰਕਾਰ ਕਹਿ ਰਹੀ ਅਸੀਂ ਪੱਕੇ ਕਰਤੇ, ਲੇਕਿਨ ਪੱਕੇ ਹੋਏ ਅਧਿਆਪਕ ਅਜੇ ਵੀ ਸਰਕਾਰ ਦੇ ਖਿਲਾਫ ਡਟੇ ਹੋਏ ਨੇ। ਕਿਵੇਂ ਦੇਖ ਰਹੇ ਹੋ ਪੂਰੇ ਮਾਮਲੇ? ਦੇਖੋ, ਜਦੋਂ ਦੀ ਮਾਨ ਸਰਕਾਰ ਪੰਜਾਬ ਵਿੱਚ ਹੋਂਦ ਵਿੱਚ ਆਈ ਆ, ਉਦੋਂ ਤੋਂ ਲੈ ਕੇ ਹੁਣ ਤੱਕ ਜ਼ਮੀਨੀ ਪੱਧਰ ਤੇ ਕੰਮ ਤਾਂ ਹੋਈ ਜਾਂ ਨਹੀਂ ਹੋਈ, ਪਰ ਅਖਬਾਰੀ ਪੱਧਰ ਤੇ ਸਰਕਾਰ ਆਪਣਾ ਪਿੱਠ ਜਿਹੜੀ ਜ਼ਰੂਰ ਥਾਪੜਦੀ ਨਜ਼ਰ ਆਉਂਦੀ ਆ ਆਪਣੇ ਕੀਤੇ ਗਏ ਵਾਅਦਿਆਂ ਨੂੰ ਲੈ ਕੇ। ਬੀਤੇ ਸਮੇਂ ਦੇ ਵਿੱਚ ਵੀ ਸਰਕਾਰ ਵੱਲੋਂ ਵੱਖ-ਵੱਖ ਵਿਭਾਗਾਂ ਦੇ ਵਿੱਚ ਜੋ ਵੀ ਕਾਰਵਾਈ ਕੀਤੀ ਗਈ, ਉਹਨਾਂ ਦੇ ਇਸ਼ਤਿਹਾਰ ਅਖਬਾਰਾਂ ਵਿੱਚ ਦਿੱਤੇ ਜਾਂਦੇ ਰਹੇ। ਹੁਣ 12,710 ਅਧਿਆਪਕਾਂ ਦਾ ਇੱਕ ਇਸ਼ਤਿਹਾਰ ਅੱਜ ਅਖਬਾਰਾਂ ਦੇ ਪਹਿਲੇ ਪੰਨੇ ਤੇ ਉਹ ਜਿਹੜਾ ਛਪਦਾ ਹੈਗਾ, ਉਹਦੇ ਵਿੱਚ ਸਰਕਾਰ ਇਹ ਗੱਲ ਕਹਿ ਰਹੀ ਹੈ ਕਿ ਅਸੀਂ ਜਿਸ ਤਰੀਕੇ ਨਾਲ ਬੀਤੇ ਦੌਰ ਦੇ ਵਿੱਚ ਕੀ ਇੱਕ ਵਾਅਦਾ ਅਸੀਂ ਪੂਰਾ ਕੀਤਾ ਟੀਚਰਾਂ ਨੂੰ, ਅਧਿਆਪਕਾਂ ਨੂੰ ਪੱਕੇ ਕਰਨ ਦਾ। ਹੁਣ ਦੂਜੇ ਪਾਸੇ ਅਸਲੀਅਤ ਇਹ ਹੈ ਕਿ ਅਜੇ ਤੱਕ ਉਸੇ ਤਰੀਕੇ ਨਾਲ ਸੰਗਰੂਰ ਦੀ ਟੈਂਕੀਆਂ ਦੇ ਉੱਤੇ ਅਧਿਆਪਕ ਜਿਹੜੇ ਚੜੇ ਨੇ। ਜਦੋਂ ਇਹ ਆਰਡਰ ਜਿਹੜੇ ਅਧਿਆਪਕਾਂ ਨੂੰ ਮਿਲੇ, ਕਈ ਅਧਿਆਪਕਾਂ ਨੇ ਉਹਨਾਂ ਆਰਡਰ ਦੀਆਂ ਕਾਪੀਆਂ ਨੂੰ ਵੀ ਪਾੜਿਆ, ਵਿਰੋਧ ਪ੍ਰਦਰਸ਼ਨ ਵੀ ਕੀਤਾ। ਤੇ ਦੂਜੇ ਪਾਸੇ ਕੁਝ ਅਧਿਆਪਕ ਯੂਨੀਅਨਾਂ ਇਸ ਗੱਲ ਨੂੰ ਕਹਿ ਰਹੀਆਂ ਨੇ ਕਿ ਸਰਕਾਰ ਦੇ ਸਿਰ ਪੱਕੇ ਕਰਨ ਦੇ ਨਾਮ ਨਾਲ ਅਧਿਆਪਕ ਵਰਗ ਨਾਲ ਇੱਕ ਧੋਖਾ ਜਿਹੜਾ ਕੀਤਾ। ਧੋਖਾ ਤਾਂ ਕੀਤਾ, ਉਹ ਧੋਖਾ ਤਾਂ ਮੰਨ ਰਹੇ ਆ ਕਿਉਂਕਿ ਤਨਖਾਹਾਂ ਤਾਂ ਬਿਨਾਂ ਸ਼ੱਕ 2 ਜਾਂ 3 ਗੁਣਾ ਉਹਨਾਂ ਅਧਿਆਪਕਾਂ ਦੀਆਂ ਵਧਾ ਦਿੱਤੀਆਂ ਗਈਆਂ, ਪਰ ਉਹਨਾਂ ਨੂੰ ਕੋਈ ਵੀ ਸਰਵਿਸ ਦੇ ਵਿੱਚ ਕੋਈ ਵੀ ਅਜਿਹੀ ਸਹੂਲਤ ਜਿਹੜੀ ਆ ਉਹ ਨਹੀਂ ਦਿੱਤੀ ਗਈ ਜਿਹੜੀ ਆਮ ਇੱਕ ਰੈਗੂਲਰ ਅਧਿਆਪਕ ਨੂੰ ਦਿੱਤੀ ਜਾਂਦੀ ਹੈ। ਭਾਵ ਇੱਕ ਰੈਗੂਲਰ ਟੀਚਰ ਉਹ ਜਿਹੜੀ 58 ਸਾਲ ਤੱਕ ਨੌਕਰੀ ਕਰਦਾ, ਉਸਨੂੰ ਜਾਂ ਓਲਡ ਪੈਨਸ਼ਨ ਸਕੀਮ ਜਾਂ ਦੂਜੀ NPS ਸਕੀਮ ਦੇ ਵਿੱਚ ਰੱਖਿਆ ਜਾਂਦਾ, ਕੋਈ ਇਹੋ ਜਿਹੀ ਸਹੂਲਤ ਉਸਨੂੰ ਨਹੀਂ ਹੈ। ਇਸ ਤੋਂ ਇਲਾਵਾ ਕੋਈ ਵੀ ਸਰਵਿਸ ਸਕਿਉਰਟੀ ਐਕਟ ਜਿਹੜਾ ਆ ਉਸ ਦੇ ਉੱਤੇ ਲਾਗੂ ਨਹੀਂ ਹੁੰਦਾ, ਕੋਈ ਪੈਨਸ਼ਨ ਦੀ ਸਕੀਮ ਨਹੀਂ। ਅਗਰ ਪਰਮਾਤਮਾ ਨਾ ਕਰੇ ਕਿ ਕੋਈ ਇਹੋ ਜਿਹਾ ਭਾਣਾ ਵਾਪਰ ਜਾਂਦਾ ਤਾਂ ਉਸ ਤੋਂ ਤਰਸ ਦੇ ਆਧਾਰ ਤੇ ਉਸਦੇ ਵਾਲੀ ਵਾਰਸਾਂ ਨੂੰ ਵੀ ਕਿਸੇ ਕਿਸਮ ਦੀ ਕੋਈ ਸਹੂਲਤ ਨਹੀਂ ਦਿੱਤੇ ਜਾਂਦਾ, ਪ੍ਰਾਵਧਾਨ ਜਿਹੜਾ ਵਿੱਚ ਰੱਖਿਆ। ਔਰ ਵੱਡੀ ਗੱਲ ਜਿਹੜੀ ਸਭ ਤੋਂ ਖਾਸ ਗੱਲ ਕਿ ਇਹ ਅਧਿਆਪਕ ਜਿਹੜੇ ਪੱਕੇ ਕੀਤੇ ਨੇ ਸਰਕਾਰ ਵੱਲੋਂ ਇੱਕ ਵਿਸ਼ੇਸ਼ ਕਾਡਰ ਦੇ ਵਿੱਚ ਸਕੀਮ ਦੇ ਵਿੱਚ ਉਹਨਾਂ ਨੂੰ ਪੱਕਿਆ ਕੀਤਾ ਗਿਆ। ਜਦੋਂ 58 ਸਾਲ ਦੀ ਨੌਕਰੀ ਖਤਮ ਹੋ ਜਾਏਗੀ ਤਾਂ ਨਾਲ ਹੀ ਇਹ ਪੋਸਟ ਜਿਹੜੀ ਆ ਇਹ ਖਤਮ ਹੋ ਜਾਵੇਗੀ। ਔਰ ਵੱਡੀ ਗੱਲ ਕਿ ਇਹ ਜਿਹੜੇ ਅਧਿਆਪਕ ਨੇ ਕਿਸੇ ਵੀ ਤਰੀਕੇ ਦੇ ਨਾਲ ਇਹ ਵੀ ਵਿੱਚ ਲਾਇਆ ਗਿਆ ਕਿ ਆਪਣੀਆਂ ਮੰਗਾਂ ਨੂੰ ਲੈ ਕੇ ਹਾਈ ਕੋਰਟ ਜਾਂ ਅਦਾਲਤ ਵਿੱਚ
ਨਹੀਂ ਜਾ ਸਕਦੇ। ਤੋ ਅਜਿਹੀ ਸੂਰਤ ਵਿੱਚ ਹੁਣ ਸਰਕਾਰ ਜਿੱਥੇ ਇੱਕ ਪਾਸੇ ਅਖਬਾਰਾਂ 'ਚ ਇਸ਼ਤਿਹਾਰ ਦੇ ਕੇ ਆਪਣੀ ਪਿੜ ਥਾਪੜਦੀ ਪਈ ਆ, ਦੂਜੇ ਪਾਸੇ ਅਧਿਆਪਕ ਯੂਨੀਅਨ ਸਰਕਾਰ ਦੇ ਇਸ ਇਸ਼ਤਿਹਾਰ ਨੂੰ ਇੱਕ ਅੱਖਾਂ ਵਿੱਚ ਘੱਟਾ ਪਾਉਣਾ ਕਹਿ ਰਹੇ ਨੇ ਕਿ ਸਰਕਾਰ ਨੇ ਸਾਡੇ ਨਾਲ ਧੋਖਾ ਕੀਤਾ। ਮਾਨ ਸਾਹਿਬ, ਜੋ ਇਹ ਗੱਲ ਦੇਖੀ ਜਾਏ ਤਾਂ ਇੱਕ ਪਾਸੇ ਤਾਂ ਜੇਕਰ ਤਨਖਾਹਾਂ 'ਚ ਵਾਧਾ ਕੀਤਾ ਗਿਆ, ਠੀਕ ਹੈ, 3 ਗੁਣਾ ਵਾਧਾ ਕੀਤਾ ਗਿਆ, ਪਰ ਜੇਕਰ ਅਧਿਆਪਕ ਛੱਡ ਦਿਓ ਜਾਂ 36,000 ਮੁਲਾਜ਼ਮਾਂ ਨੂੰ ਜਿੰਨੇ ਸਰਕਾਰ ਬੀਤੇ ਸਮੇਂ ਪੱਕਿਆਂ ਕਰਨ ਦਾ ਰੌਲਾ ਜਿਹੜਾ ਪਾ ਰਹੀ ਹੈ, ਤੇ ਜੇ ਉਹਨੂੰ ਵਾਕਿਆ ਹੀ ਰੈਗੂਲਰ ਕਰਦਾ ਤਾਂ ਫਿਰ ਉਹਨਾਂ ਨੂੰ ਸਾਰਿਆਂ ਨੂੰ ਉਹ ਰੈਗੂਲਰ ਵਾਲੀਆਂ ਸਹੂਲਤਾਂ ਦਿੱਤੀਆਂ ਜਾਣੀਆਂ ਚਾਹੀਦੀਆਂ ਸਨ। ਅਖਬਾਰਾਂ ਦੇ ਵਿੱਚ ਇਸ਼ਤਿਹਾਰ ਬੇਸ਼ੱਕ ਬਾਅਦ 'ਚ ਦੇ ਦਿੱਤਾ ਜਾਂਦਾ, ਪਰ ਚਾਹੀਦਾ ਤਾਂ ਇਹ ਸੀ ਕਿ ਉਹਨਾਂ ਨੂੰ ਜੋ ਵਾਅਦਾ ਕੀਤਾ ਗਿਆ, ਵਾਅਦਾ ਉਹਨਾਂ ਨੂੰ ਇਹ ਕੀਤਾ ਗਿਆ ਸੀ ਕਿ ਤੁਹਾਨੂੰ ਰੈਗੂਲਰ ਕੀਤਾ ਜਾਏਗਾ। ਰੈਗੂਲਰ ਮੀਨਸ ਪੱਕੇ, ਜਿਸ ਤਰੀਕੇ ਨਾਲ ਬਾਕੀ ਦੂਜੇ ਕਰਮਚਾਰੀ ਕਰਦੇ ਆ। ਤੇ ਜੇਕਰ ਅਜੇ ਵੀ ਵਿਭਾਗਾਂ ਦੇ ਵਿੱਚ ਜਾਂ ਸਕੂਲ ਦੇ ਵਿੱਚ ਅਜਿਹਾ ਹੀ ਕੰਮ ਰਹਿਣਾ ਤਾਂ ਫਿਰ ਇਹ ਸਰਕਾਰ ਵੱਲੋਂ ਅਸੀਂ ਕਹਿ ਸਕਦੇ ਕਿ ਕਰਮਚਾਰੀਆਂ ਨੂੰ ਉਹਨਾਂ ਲੋਕਾਂ ਨਾਲ ਧੋਖਾ ਹੈ ਜਿਨ੍ਹਾਂ ਨੂੰ ਪਹਿਲਾਂ ਵਾਅਦਾ ਕੀਤਾ ਗਿਆ, ਫਿਰ ਸਰਕਾਰ ਆਪਣੇ ਵਾਅਦੇ ਤੋਂ ਮੁੱਕਰ ਗਈ। ਪਰ ਦੂਜੇ ਪਾਸੇ ਸਰਕਾਰ ਦਾ ਇਹ ਜਿਹੜਾ ਅੱਜ ਇਸ਼ਤਿਹਾਰ ਆਉਂਦਾ, ਸਰਕਾਰ ਦੀ ਉਸੇ ਪੁਰਾਣੀ ਕਾਰਜਸ਼ੈਲੀ ਨੂੰ ਹੀ ਦਰਸਾਉਂਦਾ ਹੈਗਾ ਕਿ ਦੇਖੋ ਕੰਮ 'ਚ ਉਹ ਬਾਅਦ 'ਚ ਹੋਣਾ, ਪਹਿਲਾਂ ਇਸ਼ਤਿਹਾਰ ਦੇ ਦੇਣਾ। ਤੁਹਾਨੂੰ ਯਾਦ ਹੋਵੇਗਾ ਕਿ ਬੀਤੇ ਦਿਨਾਂ ਦੇ ਵਿੱਚ ਸਰਕਾਰ ਵੱਲੋਂ ਬੜੇ ਵੱਡੇ ਇਸ਼ਤਿਹਾਰ ਦਿੱਤੇ ਗਏ ਸਨ ਕਿ ਇਸ ਮਹਿਕਮੇ 'ਚ ਇੰਨੀਆਂ ਪੋਸਟਾਂ ਕੱਢੀਆਂ ਗਈਆਂ, ਇਸ ਮਹਿਕਮੇ 'ਚ ਇੰਨੀਆਂ ਪੋਸਟਾਂ ਕੱਢੀਆਂ ਗਈਆਂ, ਤੇ ਜਦੋਂ ਕਿ ਅਸਲੀਅਤ ਵਿੱਚ ਅਜੇ ਤੱਕ ਉਹਨਾਂ ਪੋਸਟਾਂ ਦੇ ਉੱਤੇ ਕੋਈ ਕਾਰਵਾਈ ਵੀ, ਇਸ਼ਤਿਹਾਰਬਾਜ਼ੀ ਵੀ ਸਰਕਾਰ ਵੱਲੋਂ ਨਹੀਂ ਕੀਤੀ ਗਈ ਕਿ ਉਹਨਾਂ ਉੱਤੇ ਕੋਈ ਕਿਸੇ ਮਹਿਕਮੇ ਦੇ ਵਿੱਚ ਅਰਜ਼ੀਆਂ ਉਹਨਾਂ ਪੋਸਟਾਂ ਵਾਸਤੇ ਮੰਗੀਆਂ ਗਈਆਂ ਹੋਣ, ਜਦੋਂ ਕਿ ਅਖਬਾਰ ਦੇ ਵਿੱਚ ਉਹਨਾਂ ਦਾ 10,000 ਜਾਂ 12,000 ਪੋਸਟਾਂ ਦਾ ਇੱਕ ਵੱਡਾ ਇਸ਼ਤਿਹਾਰ ਜਿਹੜਾ ਉਹ ਛਾਪ ਦਿੱਤਾ ਗਿਆ ਸੀ। ਸੋ ਅਜਿਹੀ ਸੂਰਤ ਵਿੱਚ ਹੁਣ ਇਸ਼ਤਿਹਾਰਬਾਜ਼ੀ ਉਹੀ 12,710 ਅਧਿਆਪਕਾਂ ਨੂੰ ਜਿਨ੍ਹਾਂ ਨੂੰ ਬੀਤੇ ਦਿਨ ਨਿਯੁਕਤੀ ਪੱਤਰ ਕਿਹਾ ਗਿਆ ਰੈਗੂਲਰ ਹੋਏ ਨੇ, ਉਹਨਾਂ ਦੇ ਸੰਬੰਧ ਵਿੱਚ ਦਿੱਤਾ ਗਿਆ। ਬਾਕੀ ਇਹ ਅਸੀਂ ਕਹਿ ਸਕਦੇ ਕਿ ਸਰਕਾਰ ਜਿਸ ਤਰ੍ਹਾਂ ਆਪਣੀ ਪੁਰਾਣੀ ਕਾਰਜਸ਼ੈਲੀ ਤੇ ਚੱਲਦੀ ਹੋਈ ਆਪਣੀ ਪਿੱਠ ਥਾਪੜ ਦੀ ਜਿਹੜੀ ਆ ਉਹ ਨਜ਼ਰ ਆ ਰਹੀ ਹੈ ਜੀ। ਬਿਲਕੁਲ ਬਿਲਕੁਲ। ਤੋ ਇੱਕ ਪਾਸੇ ਸਰਕਾਰ ਦੇ ਵੱਲੋਂ ਵੱਡੇ ਵੱਡੇ ਇਸ਼ਤਿਹਾਰ ਕਿ ਅਸੀਂ 12,700 ਅਧਿਆਪਕ ਪੱਕੇ ਕਰ ਦਿੱਤੇ, ਦੂਸਰੇ ਪਾਸੇ ਅਧਿਆਪਕ ਅਜੇ ਵੀ ਟੈਂਕੀਆਂ ਦੇ ਉੱਪਰ ਚੜੇ ਹੋਏ ਨੇ। ਤੋ ਹੁਣ ਆਉਣ ਵਾਲੇ ਸਮੇਂ ਕਿਸ ਤਰੀਕੇ ਦੇ ਨਾਲ ਸਰਕਾਰ ਇਸ ਮਸਲੇ ਨੂੰ ਹੱਲ ਦੇਖਣ ਵਾਲੀ। ਦੂਸਰੇ ਪਾਸੇ ਇੱਕ ਵੱਡਾ ਝਟਕਾ ਆਮ ਆਦਮੀ ਪਾਰਟੀ ਨੂੰ, ਜਿੱਥੇ ਆਮ ਆਦਮੀ ਪਾਰਟੀ ਦੇ ਦਿੱਲੀ ਸੇਵਾ ਬਿੱਲ ਨੂੰ, ਉਹਨਾਂ ਦੇ ਜੋ ਖਿਲਾਫ ਬਿੱਲ ਸੀ ਦਿੱਲੀ ਸਰਕਾਰ ਦੇ, ਉਹਨੂੰ ਪਾਸ ਕਰ ਦਿੱਤਾ ਗਿਆ। ਇੱਕ ਵੱਡਾ ਝਟਕਾ ਦਿੱਲੀ ਸਰਕਾਰ ਦੇ ਲਈ, ਅਰਵਿੰਦ ਕੇਜਰੀਵਾਲ ਦੀ ਤੇ ਆਮ ਆਦਮੀ ਪਾਰਟੀ। ਉੱਥੇ ਹੀ ਹੁਣ ਇੱਕ ਸੰਸਦ ਮੈਂਬਰ ਦੀ ਮੈਂਬਰਸ਼ਿਪ ਦੇ ਉੱਪਰ ਸਵਾਲ ਕਿ ਮੈਂਬਰਸ਼ਿਪ ਜਾ ਸਕਦੀ, ਜੇਕਰ ਹਾਂ ਤਾਂ ਕਿੰਨਾ ਕਾਰਨਾਂ ਕਰਕੇ ਮੈਂਬਰਸ਼ਿਪ ਖਾਰਜ ਹੋਣ ਦੀ ਤਲਵਾਰ ਨਾਲ ਸੰਸਦ ਮੈਂਬਰ। ਮਾਨ ਸਾਹਿਬ, ਜਿਸ ਤਰੀਕੇ ਦੀ ਸਥਿਤੀ ਇਸ ਵੇਲੇ ਰਾਘਵ ਚੱਡਾ ਹੋਣਾ ਦੀ ਹੈਗੀ, ਇਹ ਰਾਘਵ ਚੱਡਾ ਦੀ ਜਿਹੜੀ ਸਥਿਤੀ ਹੈ, ਮੈਨੂੰ ਉਹੀ ਕਾਰਨ ਲੱਗਦਾ ਕਿ ਜਿਸ ਤਰੀਕੇ ਨਾਲ ਬੀਤੇ ਦੌਰ 'ਚ ਅਸੀਂ ਕਹਿੰਦੇ ਹੁੰਦੇ ਹਾਂ ਕਿ ਸਰਕਾਰ ਨੂੰ ਅਨੁਭਵ ਦੀ ਕਮੀ ਹੈ, ਸਰਕਾਰ ਕੋਲ ਐਕਸਪੀਰੀਅੰਸ ਜਿਹੜਾ ਉਹਨਾਂ ਨਹੀਂ ਹੈਗਾ। ਹੁਣ ਰਾਘਵ ਚੱਡਾ ਪੰਜਾਬ ਤੋਂ ਸੰਸਦ ਮੈਂਬਰ ਨੇ, ਪੰਜਾਬ ਮਾਮਲਿਆਂ ਦੇ ਇੰਚਾਰਜ ਵੀ ਹਨ। ਇਹ ਕਿਸੇ ਨਾਲ ਭਗਵੰਤ ਮਾਨ ਤੋਂ ਉੱਪਰ ਵੀ ਉਹਨਾਂ ਨੂੰ ਰੱਖਿਆ ਗਿਆ। ਹੁਣ ਬੀਤੇ ਦਿਨ ਦਿੱਲੀ ਸੇਵਾ ਬਿੱਲ ਜਿਹੜਾ ਪੇਸ਼ ਹੋਣਾ ਸੀ, ਉਸ ਬਿੱਲ ਦੇ ਵਿਰੋਧ ਵਿੱਚ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਸਾਰੇ ਭਾਰਤ ਦਾ ਦੌਰਾ ਕੀਤਾ, ਸਾਰੀਆਂ ਵਿਰੋਧੀ ਪਾਰਟੀਆਂ ਨੂੰ ਆਪਣੇ ਹੱਕ ਵਿੱਚ ਇਕੱਠਾ ਕੀਤਾ ਤੇ ਉਸ ਬਿੱਲ ਦੇ ਵਿਰੋਧ ਵਿੱਚ ਵੋਟਿੰਗ ਕਰਨ ਦਾ ਸਹਾਇਤਾ ਮੰਗੀ। ਇੰਡੀਆ ਗੱਠਜੋੜ ਬਣਿਆ ਸਾਹਮਣੇ ਆਇਆ, ਉਸਨੇ ਆਣ ਕੇ ਬਕਾਇਦਾ ਤੌਰ ਤੇ ਆਪਣੀ ਸ਼ਮੂਲੀਅਤ ਜਿਹੜੀ ਇਸ ਬਿੱਲ ਦੇ ਵਿਰੋਧ ਵਿੱਚ ਰਾਜ ਸਭਾ 'ਚ ਜਿਹੜਾ ਬਿੱਲ ਹੋਣਾ ਸੀ ਉੱਥੇ ਆਪਣੀ ਸ਼ਮੂਲੀਅਤ ਜਿਹੜੀ ਕੀਤੀ। ਉਹ ਜਿਸ ਤਰੀਕੇ ਨਾਲ ਪਤਾ ਕਿ 102 ਜਾਂ ਜੋ ਵੀ ਗੱਲ ਹੋਇਆ, ਉਹ ਬਿੱਲ ਵਿਧਾਨ ਸਭਾ 'ਚ ਡਿੱਗ ਪਿਆ, ਰਾਜ ਸਭਾ 'ਚ ਉਹ ਡਿੱਗ ਪਿਆ। ਹੁਣ ਜਿਹੜਾ ਇੱਕ ਨਵਾਂ ਮਾਮਲਾ, ਬੜਾ ਦਿਲਚਸਪ ਮਾਮਲਾ ਜਿਹੜਾ ਉਹ ਸਾਹਮਣੇ ਆਇਆ, ਉਹ ਹੈ ਰਾਘਵ ਚੱਡਾ ਹੋਣਾ ਦਾ। ਰਾਘਵ ਚੱਡਾ ਹੋਣਾ ਨੇ ਕੀ ਕੀਤਾ ਕਿ ਆਪਣੇ ਨਾਲ 5 ਸੰਸਦ ਮੈਂਬਰ, ਉਹਨਾਂ ਦੀ ਬਿਨਾਂ ਸਹਿਮਤੀ ਤੋਂ ਲਏ, ਬਿਨਾਂ ਉਹਨਾਂ ਨੂੰ ਪੁੱਛੇ ਬਿਨਾਂ ਹੀ ਇਹ ਉਸ ਬਿੱਲ ਦੇ ਵਿਰੋਧ ਵਿੱਚ ਜਿਹੜਾ ਦਿੱਲੀ ਸੇਵਾ ਬਿੱਲ ਜਿਹੜਾ ਪੇਸ਼ ਹੋਇਆ ਰਾਜ ਸਭਾ 'ਚ, ਆਪਣੇ ਉਹਨਾਂ 5 ਸੰਸਦ ਮੈਂਬਰਾਂ ਨੂੰ ਉਹਨਾਂ ਦੀ ਸਹਿਮਤੀ ਤੋਂ ਬਿਨਾਂ ਹੀ ਉਹਨਾਂ ਦਾ ਨਾਮ ਲਿਖ ਕੇ ਉਸ ਬਿੱਲ ਦਾ ਵਿਰੋਧ ਜਿਹੜਾ ਉਹ ਪ੍ਰਗਟ ਕਰ ਦਿੱਤਾ। ਹੁਣ ਜਦੋਂ ਇਹ ਗੱਲ ਉਹਨਾਂ 5 ਸੰਸਦ ਮੈਂਬਰ ਪਹੁੰਚੀ, ਉਹਨਾਂ ਨੇ ਇਸ ਦੀ ਸ਼ਿਕਾਇਤ ਜਿਹੜੀ ਹੈ ਵਿਸ਼ੇਸ਼ ਅਧਿਕਾਰ ਕਮੇਟੀ ਕੋਲ ਕੀਤੀ। ਹੁਣ ਇਹ ਮਸਲਾ ਜਿਹੜਾ ਆਪਣੇ ਆਪ ਦੇ ਵਿੱਚ ਬਹੁਤ ਗੰਭੀਰ ਹੈਗਾ। ਗੰਭੀਰ ਇਸ ਪੱਖ ਤੋਂ ਕਿ ਜਦੋਂ ਤੁਸੀਂ ਉਹਨਾਂ ਸੰਸਦ ਮੈਂਬਰਾਂ ਦੀ ਸਹਿਮਤੀ ਹੀ ਨਹੀਂ ਲਈ ਤਾਂ ਉਹਨਾਂ ਦੀ ਸਹਿਮਤੀ ਤੋਂ ਬਿਨਾਂ ਤੁਸੀਂ ਉਹਨਾਂ ਦਾ ਨਾਮ ਇਸ ਬਿੱਲ ਦੇ ਵਿਰੋਧ ਵਿੱਚ ਕਿਵੇਂ ਲਿਖ ਦਿੱਤਾ। ਚਲੋ ਇਹ ਵੀ ਗੱਲ ਹੋ ਸਕਦੀ ਹੈ ਕਿ ਉਹਨਾਂ ਨੂੰ ਪੁੱਛਿਆ, ਉਹਨਾਂ ਨੇ ਕਹਿਤਾ ਬਾਅਦ 'ਚ ਉਹਨਾਂ ਨੂੰ ਪੁੱਛਿਆ ਹੋਵੇ, ਉਹਨਾਂ ਨੇ ਕਹਿਤਾ ਹੋਵੇ ਕਿ ਹਾਂ ਕਰ ਦਿਓ। ਪਰ ਸਥਿਤੀ ਇਹ ਆ ਕਿ ਉਹਨਾਂ ਮੈਂਬਰਾਂ ਨੇ ਖੁਦ ਸ਼ਿਕਾਇਤ ਕੀਤੀ, ਜਿਨ੍ਹਾਂ ਮੈਂਬਰਾਂ ਦੇ ਨਾਮ
ਇਸ ਬਿੱਲ ਦੇ ਵਿਰੋਧ ਵਿੱਚ ਦਿੱਤੇ ਗਏ ਰਾਘਵ ਚੱਡਾ ਵੱਲੋਂ, ਉਹਨਾਂ ਮੈਂਬਰਾਂ ਨੇ ਖੁਦ ਇਹ ਸ਼ਿਕਾਇਤ ਕੀਤੀ ਹੈ ਜੀ, ਵੇਖੋ ਸਾਨੂੰ ਪੁੱਛੇ ਬਿਨਾਂ ਸਾਡੀ ਸਹਿਮਤੀ ਤੋਂ ਬਿਨਾਂ ਰਾਘਵ ਚੱਡਾ ਨੇ ਇਸ ਬਿੱਲ ਦੇ ਵਿਰੋਧ ਵਿੱਚ ਸਾਡਾ ਨਾਮ ਦੇ ਦਿੱਤਾ। ਹੁਣ ਇਹ ਮਸਲਾ ਆਪਣੇ ਆਪ ਦੇ ਵਿੱਚ ਬੜਾ ਗੰਭੀਰ ਮਸਲਾ ਹੈਗਾ। ਸ਼ਿਕਾਇਤ ਜੇਕਰ ਕਿਸੇ ਹੋਰ ਸੰਸਦ ਮੈਂਬਰ ਨੇ ਕੀਤੀ ਹੁੰਦੀ ਤਾਂ ਵੀ ਇਹ ਗੱਲ ਮੰਨਣਯੋਗ ਸੀ ਕਿ ਠੀਕ ਆ, ਪਰ ਸ਼ਿਕਾਇਤ ਹੁਣ ਜੇਕਰ ਖੁਦ ਉਹਨਾਂ ਸੰਸਦ ਮੈਂਬਰਾਂ ਨੇ ਕੀਤੀ ਹੈ ਤਾਂ ਇਹਦੇ ਨਾਲ ਰਾਘਵ ਚੱਡਾ ਇੱਕ ਬੜੀ ਬੁਰੀ ਤਰ੍ਹਾਂ ਫਸ ਗਏ ਆ ਤੇ ਹੁਣ ਵਿਸ਼ੇਸ਼ ਅਧਿਕਾਰ ਕਮੇਟੀ ਇਸ ਦੀ ਜਾਂਚ ਕਰ ਰਹੀ ਹੈ। ਹੁਣ ਸਾਰਾ ਕੁਝ ਜਿਹੜਾ ਹੈਗਾ ਉਹ ਰਾਘਵ ਚੱਡਾ ਦੇ ਬਿਆਨ ਤੇ ਆਧਾਰਿਤ ਹੈ ਕਿ ਉਹ ਬਿਆਨ ਕੀ ਦਿੰਦੇ ਆ। ਹੁਣ ਉਹਨਾਂ ਦੇ ਖਿਲਾਫ ਜਿਹੜੀ ਕਾਰਵਾਈ ਆ ਬੜੀ ਸਖਤ ਕਾਰਵਾਈ ਹੋ ਸਕਦੀ ਹੈ। ਉਹਨਾਂ ਨੂੰ ਮੁਲਤਵੀ ਕੀਤਾ ਜਾ ਸਕਦਾ, ਉਹਨਾਂ ਨੂੰ ਬਰਖਾਸਤ ਕੀਤਾ ਜਾ ਸਕਦਾ, ਜਿਹੜਾ ਵੱਡੀ ਰਾਜ ਸਭਾ ਦੀ ਮੈਂਬਰੀ ਉਹਨਾਂ ਦੀ ਜਾ ਸਕਦੀ ਹੈ। ਹੁਣ ਪ੍ਰਸ਼ਨ ਇਹ ਹੈਗਾ ਕਿ ਉਹ ਬਿਆਨ ਕੀ ਦਿੰਦੇ ਆ। ਹੁਣ ਵਿਸ਼ੇਸ਼ ਅਧਿਕਾਰ ਕਮੇਟੀ ਉਹਨਾਂ ਦੇ ਬਿਆਨਾਂ ਦਾ ਇੰਤਜ਼ਾਰ ਕਰੇਗੀ। ਪ੍ਰਸ਼ਨ ਇਹ ਹੈ ਕਿ ਜੇ ਤਾਂ ਉਹ ਇੰਨੀ ਗੱਲ ਕਹਿ ਦਿੰਦੇ ਆ ਕਿ ਹਾਂਜੀ ਮੈਨੂੰ ਨਹੀਂ ਸੀ ਪਤਾ, ਮੈਨੂੰ ਇਸ ਦੀ ਜਾਣਕਾਰੀ ਨਹੀਂ ਸੀ, ਐਕਸਪੀਰੀਅੰਸ ਨਹੀਂ ਸੀ, ਤੇ ਮੈਂ ਇਹਦੇ ਸੰਬੰਧੀ ਮਾਫੀ ਮੰਗਣਾ, ਤੇ ਫਿਰ ਤਾਂ ਹੋ ਸਕਦਾ ਫਿਰ ਵਿਸ਼ੇਸ਼ ਅਧਿਕਾਰ ਕਮੇਟੀ ਉਹਨਾਂ ਨੂੰ ਇਸ ਸੰਬੰਧੀ ਮਾਫ ਕਰ ਸਕਦੀ ਹੈ। ਪਰ ਜਿਸ ਤਰੀਕੇ ਨਾਲ ਬੀਤੇ ਦੌਰ ਵਿੱਚ ਆਮ ਆਦਮੀ ਪਾਰਟੀ ਦਾ ਰਵੱਈਆ ਇਹੋ ਜਿਹਾ ਰਿਹਾ ਕਿ ਕਿਸੇ ਵੀ ਮੁੱਦੇ ਤੇ, ਖਾਸ ਤੌਰ ਤੇ ਚਾਹੇ ਲੋਕ ਸਭਾ ਹੋਵੇ, ਚਾਹੇ ਰਾਜ ਸਭਾ ਹੋਵੇ, ਚਾਹੇ ਗਵਰਨਰ ਨਾਲ ਮੁੱਖ ਮੰਤਰੀ ਦੀ ਟੱਕਰ ਹੋਵੇ, ਉਹੋ ਜਿਹੇ ਸੰਬੰਧ ਵਿੱਚ ਕਦੇ ਆਮ ਆਦਮੀ ਪਾਰਟੀ ਨੇ ਕਦੀ ਸਟੈਂਡ ਆਪਣਾ ਬਦਲਿਆ ਨਹੀਂ। ਜਾਣ ਬੁੱਝ ਕੇ ਅੜਿੱਕੇ ਜਿਹੜੇ ਉਹ ਪੈਦਾ ਕਰਦੇ ਰਹੇ ਨੇ ਜਾਂ ਮੁੱਦਿਆਂ ਤੇ ਮਾਫੀ ਬੇਸ਼ੱਕ ਅਰਵਿੰਦ ਕੇਜਰੀਵਾਲ ਨੇ ਉਦੋਂ ਮੰਗੀ ਕਿ ਜਦੋਂ ਬਿਕਰਮ ਸਿੰਘ ਮਜੀਠੀਆ ਨੇ ਉਹਨਾਂ ਦੇ ਮਾਨਹਾਨੀ ਦਾ ਕੀਤਾ। ਤਾਂ ਹੁਣ ਹੋ ਸਕਦਾ ਕਿ ਇਸ ਮੁੱਦੇ ਤੇ ਰਾਘਵ ਚੱਡਾ ਦੀ ਹੁਣ ਜਦੋਂ ਮੈਂਬਰੀ ਜਾਂਦੀ ਹੋਵੇ ਤਾਂ ਰਾਘਵ ਚੱਡਾ ਹੁਣੀ ਮਾਫੀ ਮੰਗ ਲੈਣ, ਕਹਿ ਦੇਣ ਕਿ ਹਾਂ ਵੀ ਮੇਰੇ ਕੋਲ ਅਣਜਾਣੇ 'ਚ ਗੱਲ ਹੋ ਗਈ। ਪਰ ਮੈਂ ਪਹਿਲਾਂ ਇਹ ਗੱਲ ਕਹਿਦਾ ਕਿ ਜਿਸ ਤਰੀਕੇ ਨਾਲ ਉਹਨਾਂ ਦਾ ਆਪਣਾ ਆਮ ਆਦਮੀ ਪਾਰਟੀ ਦਾ ਰਵੱਈਆ ਬੀਤੇ ਦੌਰ ਵਿੱਚ ਰਿਹਾ ਕਿ ਜਾਣ ਬੁੱਝ ਕੇ ਸਮੱਸਿਆਵਾਂ ਨੂੰ ਪੈਦਾ ਕਰਕੇ ਤੇ ਫਿਰ ਉਹਨਾਂ ਉੱਤੇ ਐਵੇਂ ਅੜੀ ਜਾਣਾ, ਜੇਕਰ ਅਜਿਹੀ ਸਥਿਤੀ ਹੁਣ ਆਮ ਆਦਮੀ ਅਪਣਾਉਂਦੀ ਆ ਤਾਂ ਫਿਰ ਮੇਰਾ ਇਹ ਯਕੀਨਨ ਤੌਰ ਤੇ ਫਿਰ ਤਾਂ ਇਹ ਆ, ਮੇਰਾ ਇਹ ਖਿਆਲ ਆ ਤਾਂ ਫਿਰ ਤਾਂ ਉਹਦੀ ਮੈਂਬਰੀ ਜਾਏਗੀ, ਕਿਉਂਕਿ ਦਿੱਲੀ ਦੇ ਵਿੱਚ ਜਿਸ ਤਰੀਕੇ ਨਾਲ ਹੁਣ ਕੇਂਦਰ ਤੇ ਆਮ ਆਦਮੀ ਪਾਰਟੀ ਆਮੋ ਸਾਹਮਣੇ ਹੋ ਗਏ ਨੇ ਤੇ ਜਿਸ ਤਰੀਕੇ ਨਾਲ ਇਸ ਬਿੱਲ ਦੇ ਪਾਸ ਹੋਣ ਨਾਲ ਕੇਂਦਰ ਪਾਸ ਸ਼ਕਤੀਆਂ ਵੱਧ ਗਈਆਂ ਨੇ। ਦੂਜੇ ਪਾਸੇ ਪੰਜਾਬ ਦੇ ਵਿੱਚ ਵੀ ਗਵਰਨਰ ਸਾਹਿਬ ਜਿਸ ਤਰੀਕੇ ਨਾਲ ਆਏ ਦਿਨ ਬਿਆਨਬਾਜ਼ੀ ਕਰ ਰਹੇ ਆ, ਉਹੋ ਜਿਹੀ ਸਥਿਤੀਆਂ ਤੋਂ ਲੱਗਦਾ ਕਿ ਆਮ ਆਦਮੀ ਪਾਰਟੀ ਨੂੰ ਵੀ ਕੰਨ ਹੋ ਗਏ ਆ, ਕਿਉਂਕਿ ਗਵਰਨਰ ਬਨਵਾਰੀ ਲਾਲ ਪੁਰੋਹਿਤ ਦੇ ਬਿਆਨ ਤੋਂ ਬਾਅਦ ਅਜੇ ਤੱਕ ਭਗਵੰਤ ਮਾਨ ਹੋਣਾ ਦਾ ਕੋਈ ਵੀ ਬਿਆਨ ਉਹੋ ਜਿਹਾ ਨਹੀਂ ਆਇਆ ਜਿਹੋ ਜਿਹਾ ਬੀਤੇ ਦੌਰ ਵਿੱਚ ਆਉਂਦਾ ਰਿਹਾ। ਤੇ ਦੂਜੇ ਪਾਸੇ ਹੋ ਸਕਦਾ ਕਿ ਜਿਸ ਤਰੀਕੇ ਨਾਲ ਮੈਂ ਗੱਲ ਕੀਤੀ ਹੈ ਕਿ ਹੁਣ ਮੈਂਬਰੀ ਬਚਾਉਣ ਵਾਸਤੇ ਜਿਹੜੇ ਨੇ ਰਾਘਵ ਚੱਡਾ ਹੋਣੀ ਆਪਣੀ ਗਲਤੀ ਮੰਨ ਲੈਣ ਤਾਂ ਮਾਫੀ ਮੰਗ ਲੈਣ, ਬਾਕੀ ਸਥਿਤੀ ਜਿਹੜੀ ਆ ਉਹ ਰਾਘਵ ਚੱਡਾ ਵਾਸਤੇ ਬਹੁਤ ਗੰਭੀਰ ਜ਼ਰੂਰ ਹੈਗੀ ਜੀ। ਬਿਲਕੁਲ ਜੀ, ਬਿਲਕੁਲ। ਕਿਸ ਤਰ੍ਹਾਂ ਹਾਲਾਤ ਬਣਨਗੇ ਕਿ ਰਾਘਵ ਚੱਡਾ ਜੀ ਮਾਫੀ ਮੰਗਣਗੇ ਜਾਂ ਫਿਰ ਸਾਰਾ ਕੁਝ ਹੁਣ ਇਸ ਦੇ ਟਿਕਿਆ ਹੋਇਆ ਨਜ਼ਰ ਆ ਰਿਹਾ। ਤੇ ਦੂਸਰੇ ਪਾਸੇ ਗੱਲ ਕਰੀਏ ਮਾਨ ਸਰਕਾਰ, ਕਿਉਂਕਿ ਮਾਨ ਸਰਕਾਰ ਦਾ ਬਹੁਤ ਵੱਡਾ ਦਾਅਵਾ ਨੌਕਰੀਆਂ ਦਾ, ਆਪਾਂ ਪਹਿਲਾਂ ਵੀ ਗੱਲ ਕੀਤੀ ਆ, ਕਦੇ 30,000 32,000 36,000 ਤੱਕ ਇਹ ਅੰਕੜੇ ਪਹੁੰਚਦੇ ਨਜ਼ਰ ਆ ਰਹੇ ਨੇ। ਨੌਕਰੀਆਂ ਦਿੱਤੀਆਂ ਜਿਹੜੇ ਖਾਲੀ ਮਹਿਕਮੇ ਸੀਟਾਂ ਖਾਲੀ ਪਏ ਨੇ ਉਹਨਾਂ ਨੂੰ ਭਰਨ ਦੀ ਕੋਸ਼ਿਸ਼ ਹੈ। ਲੇਕਿਨ ਦੂਸਰੇ ਪਾਸੇ ਆਪਾਂ ਗੱਲ ਪਟਵਾਰੀਆਂ ਤੇ ਰਿਟਾਇਰ ਪਟਵਾਰੀਆਂ ਕੰਮ ਚਲਾਇਆ ਜਾ ਰਿਹਾ। ਅਹਿਮ ਅਹੁਦੇ ਵੀ ਪੰਜਾਬ ਦੇ ਵਿੱਚ ਹੁਣ ਖਾਲੀ ਨੇ, ਜਿਹਨਾਂ ਅਹੁਦਾ ਚੀਫ ਸੈਕਟਰੀ ਦੀ ਕੁਰਸੀ ਦਾ ਵੀ ਹੈ, ਉਹ ਵੀ ਤਕਰੀਬਨ ਪਿਛਲੇ 1.5 ਹਫ਼ਤੇ ਤੋਂ ਅਹੁਦਾ ਖਾਲੀ ਹੈ। ਕੀ ਕਾਰਨ ਹੈ? ਕਿ ਸਰਕਾਰ ਦੀ ਮਨਸ਼ਾ ਨਹੀਂ ਜਾਂ ਫਿਰ ਕੋਈ ਮਜਬੂਰੀ ਹੈ ਵੀ ਇਹਨਾਂ ਅਹੁਦਿਆਂ ਨੂੰ ਭਰਿਆ ਨਹੀਂ ਜਾ ਰਿਹਾ? ਚੀਫ ਸੈਕਟਰੀ ਸਮੇਤ ਹੋਰ ਕਈ ਵੱਡੇ ਵਿਭਾਗ ਵੱਡੇ ਅਹੁਦੇ ਖਾਲੀ ਨੇ, ਵੱਡੀਆਂ ਕੁਰਸੀਆਂ ਖਾਲੀ ਨੇ। ਕੀ ਕਾਰਨ ਹੈ? ਇਹਨਾਂ ਦੇ ਉੱਪਰ ਨਿਯੁਕਤੀਆਂ ਕਿਉਂ ਨਹੀਂ ਹੋ? ਮਾਨ ਸਾਹਿਬ ਅਗਰ ਵੇਖਿਆ ਜਾਏ ਤਾਂ ਜਦੋਂ ਦੀ ਭਗਵੰਤ ਮਾਨ ਹੋਣਾ ਦੀ ਸਰਕਾਰ ਪੰਜਾਬ 'ਚ ਬਣੀ ਹੈ ਉਦੋਂ ਤੋਂ ਲੈ ਕੇ ਹੁਣ ਤੱਕ ਜਿੰਨੀਆਂ ਬਦਲੀਆਂ ਵਿਭਾਗਾਂ 'ਚ, ਚਾਹੇ ਉਹ ਪੁਲਿਸ ਵਿਭਾਗ ਹੋਵੇ, ਚਾਹੇ ਉਹ ਸਿਵਲ ਪ੍ਰਸ਼ਾਸਨ ਹੋਵੇ, ਆਏ ਦਿਨ ਬਦਲੀਆਂ ਹੁੰਦੀਆਂ ਤੁਹਾਨੂੰ ਦਿਖਾਈ ਦਿੰਦੀਆਂ ਰਹਿਣਗੀਆਂ। ਹੁਣ ਇੱਕ ਬੜਾ ਦਿਲਚਸਪ ਮਾਮਲਾ ਸਾਹਮਣੇ ਆਇਆ। ਪੰਜਾਬ ਸਰਕਾਰ ਦੇ ਕਈ ਮਹੱਤਵਪੂਰਨ ਅਜਿਹੇ ਮਹਿਕਮੇ ਨੇ ਜਿਹੜੇ ਅਜੇ ਤੱਕ ਖਾਲੀ ਪਏ ਨੇ, ਤੇ ਚਾਹੇ ਉਹ ਮਹਿਕਮਾ ਸਪੈਸ਼ਲ ਚੀਫ ਸੈਕਟਰੀ ਦਾ ਹੋਵੇ ਤੇ ਚਾਹੇ ਉਹ ਮਹਿਕਮਾ ਮੁੱਖ ਸਕੱਤਰ ਦਾ ਅਹੁਦਾ ਮੁੱਖ ਸਕੱਤਰ ਦਾ ਹੋਵੇ, ਅਜੇ ਤੱਕ ਉਹ ਅਹੁਦੇ ਠੀਕ ਤਰੀਕੇ ਨਾਲ ਭਰੇ ਹੀ ਨਹੀਂ ਗਏ। ਇਹ 2 ਅਹੁਦੇ ਮੈਂ ਤਾਂ ਗਿਣਾਏ ਨੇ ਕਿਉਂਕਿ ਇਹ ਉਹ ਅਹੁਦੇ ਹੁੰਦੇ ਨੇ ਕਿ ਜਿਨ੍ਹਾਂ ਦਾ ਸਿੱਧਾ ਰਾਬਤਾ ਮੁੱਖ ਮੰਤਰੀ ਸਾਹਿਬ ਦਾ ਪੈਣਾ ਹੁੰਦਾ, ਸਪੈਸ਼ਲ ਚੀਫ ਸੈਕਟਰੀ ਤੇ ਦੂਜੇ ਪਾਸੇ ਮੁੱਖ ਸਕੱਤਰ ਕਿਉਂਕਿ ਪੰਜਾਬ ਦਾ ਮੁਖੀ ਆ। ਤਾਂ ਉਸ ਸੰਬੰਧ ਦੇ ਵਿੱਚ ਇਹ 2 ਅਹੁਦੇ ਜਿਹੜੇ ਆ, ਇਹਦੇ ਇਲਾਵਾ ਚਾਹੇ ਸਿੱਖਿਆ ਵਿਭਾਗ ਹੋਵੇ, ਚਾਹੇ ਜੇਲ੍ਹ ਦਾ ਵਿਭਾਗ ਹੋਵੇ, ਚਾਹੇ ਹੈਲਥ ਡਿਪਾਰਟਮੈਂਟ ਹੋਵੇ, ਚਾਹੇ ਦੂਜੇ ਅਦਾਰੇ ਹੋਣ, ਉਹਨਾਂ ਦੇ ਵਿੱਚ ਅਜੇ ਤੱਕ ਕਈਆਂ ਥਾਵਾਂ ਤੇ ਮੁੱਖ ਸਕੱਤਰ ਦੀ ਪੋਸਟ ਜਿਹੜੀ ਖਾਲੀ ਹੈ, ਕਈਆਂ ਥਾਵਾਂ ਤੇ ਇੱਕ ਦੇ ਅਧਿਕਾਰ ਦੂਜੇ ਨੂੰ ਦੇ ਦਿੱਤੇ ਗਏ ਨੇ, ਕਈਆਂ ਤੇ ਕਈ ਅਦਾਰੇ ਅਜਿਹੇ ਨੇ ਜਿੱਥੇ ਇੱਕ ਵਿਅਕਤੀ ਕੋਲ ਉਹਦਾ ਵਾਧੂ ਜਿਹੜਾ ਚਾਰਜ ਦਿੱਤਾ ਹੋਇਆ। ਹੁਣ ਸਭ ਤੋਂ ਮਹੱਤਵਪੂਰਨ ਜਿਹੜਾ ਅਹੁਦਾ ਸਪੈਸ਼ਲ ਚੀਫ ਸੈਕਟਰੀ ਦਾ ਹੈਗਾ,
ਕੇਵਿਨ ਪ੍ਰਸ਼ਾਦ ਜਿਹੜੇ ਨੇ ਬੀਤੇ ਦਿਨਾਂ 'ਚ ਉਹ ਰਿਟਾਇਰ ਹੋ ਗਏ ਤੇ ਅਜੇ ਤੱਕ ਉਹ ਉਹਦਾ ਪ੍ਰਿੰਸੀਪਲ ਜਿਹੜੇ ਮੁੱਖ ਮੰਤਰੀ ਸਾਹਿਬ ਦੇ ਸਪੈਸ਼ਲ ਚੀਫ ਸੈਕਟਰੀ ਸੀ ਕੇਵਿਨ ਪ੍ਰਸ਼ਾਦ, ਉਹ ਅਜੇ ਤੱਕ ਉਹਦਾ ਭਰਿਆ ਹੀ ਨਹੀਂ ਗਿਆ, ਹਾਲਾਂਕਿ ਰਿਟਾਇਰ ਹੋਇਆ ਨੂੰ ਉਹਨਾਂ ਨੂੰ ਕਾਫੀ ਦਿਨ ਹੋ ਚੱਲੇ ਆ। ਦੂਜੇ ਪਾਸੇ ਪੰਜਾਬ ਦੇ ਮੁੱਖ ਸਕੱਤਰ ਵੀਕੇ ਜੰਜੂਆ ਦੀ ਗੱਲ ਕਰ ਲਓ। ਵੀਕੇ ਜੰਜੂਆ ਸਾਹਿਬ ਰਿਟਾਇਰ ਹੋ ਗਏ, ਉਹਨਾਂ ਦੀ ਥਾਂ ਤੇ ਅਨੁਰਾਗ ਵਰਮਾ ਹੋਣਾ ਨੂੰ ਐਡੀਸ਼ਨਲ ਚਾਰਜ, ਮੇਰਾ ਖਿਆਲ ਜਦ ਤੱਕ ਮੈਂ ਗਲਤ ਨਾ ਹੋਵਾਂ, ਉਹ ਦੇ ਦਿੱਤਾ ਗਿਆ। ਤੇ ਜਦੋਂ ਉਹਨਾਂ ਨੂੰ ਚਾਰਜ ਦਿੱਤਾ ਗਿਆ, ਉਹਨਾਂ ਕੋਲ ਗ੍ਰਹਿ ਵਿਭਾਗ ਵੀ ਸੀ, ਦੂਜੇ ਹੋਰ ਮਹੱਤਵਪੂਰਨ ਮਹਿਕਮੇ ਵੀ ਸੀ, ਪਰ 3 ਦਿਨਾਂ ਬਾਅਦ ਉਹਨਾਂ ਕੋਲ ਇਹ ਗ੍ਰਹਿ ਵਿਭਾਗ ਲੈ ਕੇ ਗੁਰਪ੍ਰਭਾਤ ਸਿੰਘ ਜਿਹੜੇ ਹੈਗੇ ਨੇ ਉਹਨਾਂ ਨੂੰ ਦੇ ਦਿੱਤਾ ਗਿਆ। ਅੱਛਾ, ਉੱਥੇ ਵੀ ਅਜੇ ਕੰਮ ਚੱਲਿਆ, ਥੋੜੇ ਦਿਨ ਹੀ ਚੱਲੇ। ਉਹਦੇ ਵਿੱਚ ਜਿਹੜੇ ਮੁੱਖ ਸਕੱਤਰ ਨੇ ਇੱਕ ਹੋਰ ਮੈਡਮ ਰਵਿੰਦਰ ਪਾਲ IAS ਸੀਨੀਅਰ IAS ਅਧਿਕਾਰੀ, ਉਹਨਾਂ ਨੂੰ ਦੇ ਦਿੱਤਾ ਗਿਆ। ਇਸ ਤੋਂ ਇਲਾਵਾ ਹੋਰ ਇੱਕ ਸਥਿਤੀ ਜਿਹੜੀ ਸਾਹਮਣੇ ਆਈ ਕਿ ਬੀਤੇ ਦਿਨ ਜਦੋਂ ਇੱਕ ਥਾਂ ਤੇ ਮੁੱਖ ਮੰਤਰੀ ਸਾਹਿਬ ਨੇ ਮਾਨਸਾ ਦੇ ਵਿੱਚ ਜਦੋਂ ਕੈਬਨਿਟ ਮੀਟਿੰਗ ਕੀਤੀ, ਜਦੋਂ ਤੱਕ ਮੈਨੂੰ ਯਾਦ ਆ ਰਿਹਾ ਕਿ ਉੱਥੇ ਜੇਲ੍ਹ ਵਿਭਾਗ ਦਾ ਸੰਬੰਧਿਤ ਜਿਹੜੇ ਤੱਥ ਸੀ ਉਹ ਪਹਿਲੀ ਵਾਰੀ ਕਹਿੰਦੇ ਨੇ ਕਿ IPS ਅਧਿਕਾਰੀ ਨੇ ਪੇਸ਼ ਕੀਤੇ ਅਮਰਪਾਲ ਸਿੰਘ ਹੋਣੀ। ਨਹੀਂ ਤਾਂ ਇਹ ਜਿਹੜੀ ਜ਼ਿੰਮੇਵਾਰੀ ਹੁੰਦੀ ਆ ਉਸ ਮੀਟਿੰਗ ਦੀ ਬਰੀਫਿੰਗ ਦੀ ਜੇਲ੍ਹ ਵਿਭਾਗ ਦਾ ਜੋ ਤੱਥ ਪੇਸ਼ ਕਰਨੇ ਸੀ ਕਿਸੇ IAS ਅਧਿਕਾਰੀ ਨੇ ਪੇਸ਼ ਕਰਨੇ ਹੁੰਦੇ ਆ, ਪਰ ਉੱਥੇ ਵੀ IPS ਅਧਿਕਾਰੀ ਅਮਰਪਾਲ ਸਿੰਘ ਜਿਹੜੇ ਅੰਮ੍ਰਿਤਸਰ ਤੇ ਪਹਿਲਾਂ CP ਰਹਿ ਚੁੱਕੇ ਆ, ਉਹਨਾਂ ਵੱਲੋਂ ਪੇਸ਼ ਕੀਤਾ ਗਿਆ। ਹੁਣ ਇਹਦੇ ਪਿੱਛੇ ਸਰਕਾਰ ਦੀ ਮਨਸ਼ਾ ਕੀ ਹੈ? ਸਰਕਾਰ ਜਾਂ ਤਾਂ ਲਖਵਿੰਦਰ ਜੀ ਇਹ ਗੱਲ ਆ ਕਿ ਅਫਸਰਸ਼ਾਹੀ ਜਿਹੜੀ ਆ ਸਰਕਾਰ ਦੀ ਚੱਲਣ ਨਹੀਂ ਦੇ ਰਹੀ, ਜਾਂ ਦੂਜੇ ਪਾਸੇ ਇਹ ਆ ਕਿ ਸਰਕਾਰ ਅਜਿਹੀ ਸਥਿਤੀ ਵਿੱਚ ਆ ਜਾਂ ਅਜਿਹੀ ਭੰਬਲਪੂਸ ਅਫਸਰਸ਼ਾਹੀ ਨੇ ਪਾਏ ਨੇ, ਸਰਕਾਰ ਨੂੰ ਪਤਾ ਹੀ ਨਹੀਂ ਲੱਗ ਰਿਹਾ ਕਿ ਕਿਹੜਾ ਅਧਿਕਾਰੀ ਸਰਕਾਰ ਦੇ ਨਾਲ ਇਸ ਵੇਲੇ ਪੂਰਨ ਤੌਰ ਤੇ ਠੀਕ ਚੱਲ ਰਿਹਾ ਜਾਂ ਕਿਹੜਾ ਨਹੀਂ ਠੀਕ ਚੱਲਦਾ ਪਿਆ। ਇਸ ਦਾ ਮੇਨ ਕਾਰਨ ਇੱਕੋ ਹੀ ਨਜ਼ਰ ਆਉਂਦਾ ਕਿ ਇੱਕ ਆਪਸੀ ਤਾਲਮੇਲ ਦੀ ਜਿਹੜੀ ਕਮੀ ਆ। ਕਈ ਵਾਰੀ ਮੈਂ ਪ੍ਰੋਗਰਾਮਾਂ 'ਚ ਗੱਲ ਕੀਤੀ, ਕੈਪਟਨ ਅਮਰਿੰਦਰ ਸਿੰਘ ਹੋਣੀ ਕਹਿੰਦੇ ਕਿ ਜਦੋਂ ਪਹਿਲੀ ਵਾਰ 2002 'ਚ ਮੁੱਖ ਮੰਤਰੀ ਬਣੇ ਤਾਂ ਕਹਿੰਦਾ 2.5 ਸਾਲ ਤੱਕ ਜਿਹੜੀ ਪੰਜਾਬ ਦੀ ਉਸ ਵੇਲੇ ਦੀ ਅਫਸਰਸ਼ਾਹੀ ਉਹਨਾਂ ਦੀ ਚੱਲਣ ਨਹੀਂ ਸੀ ਦਿੱਤੀ, ਬਾਅਦ ਵਿੱਚ ਉਹ ਕੰਟਰੋਲ ਜ਼ਰੂਰ ਕਰਕੇ। ਤਾਂ ਹੁਣ ਇਹ ਵੇਖਣਾ ਹੋਵੇਗਾ ਕਿ ਜਿਸ ਤਰੀਕੇ ਨਾਲ ਹੁਣ ਜਾਂ ਤਾਂ ਫਿਰ ਇਹੋ ਹੀ ਹੈ ਕਿ ਜਿਸ ਤਰੀਕੇ ਨਾਲ ਅਫਸਰਸ਼ਾਹੀ ਪੰਜਾਬ ਸਰਕਾਰ ਨੂੰ ਮੌਜੂਦਾ ਸਰਕਾਰ ਨੂੰ ਆਪਾਂ ਕਹਿ ਸਕਦੇ ਕਿ ਸਹਿਯੋਗ ਨਹੀਂ ਦੇ ਰਹੀ, ਜਾਂ ਜਿਸ ਤਰੀਕੇ ਦੀਆਂ ਖਬਰਾਂ ਜਿਸ ਤਰ੍ਹਾਂ ਆਉਂਦੀਆਂ ਨੇ, ਕਦੀ ਤਹਿਸੀਲਦਾਰ ਛੁੱਟੀ ਤੇ ਚਲੇ ਜਾਂਦੇ ਆ ਜਾਂ ਹੜਤਾਲ ਕਰ ਦਿੰਦੇ ਆ, ਕਦੇ SDM ਕਰ ਜਾਂਦੇ ਨੇ, ਜਾਂ ਤਾਂ ਫਿਰ ਉਸ ਪ੍ਰਪੰਚ ਨੂੰ ਰੋਕਣ ਵਾਸਤੇ ਹੀ ਜਿਹੜੀ ਪੰਜਾਬ ਸਰਕਾਰ ਹੈ ਇਹ ਜਿਹੜੇ ਮਹੱਤਵਪੂਰਨ ਅਹੁਦਿਆਂ ਨੂੰ ਇਸੇ ਤਰੀਕੇ ਨਾਲ ਅਦਲਾ ਬਦਲਾ ਕੇ ਰੱਖਦੀ, ਕਦੀ ਕਿਸੇ ਨੂੰ ਦੇਤਾ ਕਦੀ ਕਿਸੇ ਨੂੰ ਦੇਤਾ, ਤਾਂ ਜੋ ਅਫਸਰਸ਼ਾਹੀ ਦੇ ਵਿੱਚ ਵੀ ਭੱਜ ਦੌੜ ਪਈ ਰਵੇ, ਉਹ ਵੀ ਕਿਤੇ ਟਿਕ ਕੇ ਨਾ ਬਹਿਣ। ਇਹ ਵੀ ਕੁਝ ਸਰਕਾਰਾਂ ਦੇ ਹੁੰਦੇ ਨੇ, ਚਾਲਾਂ ਹੁੰਦੀਆਂ ਨੇ ਕਿ ਇਸ ਤਰੀਕੇ ਨਾਲ ਅਫਸਰਸ਼ਾਹੀ ਨੂੰ ਭਜਾ ਕੇ ਹੀ ਰੱਖੋ ਤਾਂ ਜੋ ਇਹਨਾਂ ਨੂੰ ਵੀ ਇਹ ਕੰਮ ਰਵੇ ਕਿ ਹਾਂ ਵੀ ਕਿਤੇ ਬੈਠ ਕੇ ਸਰਕਾਰ ਦੇ ਵਿਰੁੱਧ ਬੋਲਦਾ ਨਾ ਬੋਲ। ਤੇ ਦੂਜਾ ਕਾਰਨ ਫਿਰ ਜਾਂ ਉਹੀ ਕਾਰਨ ਹੋ ਸਕਦਾ ਜਿਹੜਾ ਆਪਾਂ ਪਿੱਛੇ ਬਿਆਨ ਕੀਤਾ ਕਿ ਇੱਕ ਅਨੁਭਵ ਦੀ ਕਮੀ ਆ, ਐਕਸਪੀਰੀਅੰਸ ਦੀ ਕਮੀ ਆ, ਸ਼ਾਇਦ ਉਹ ਐਕਸਪੀਰੀਅੰਸ ਇਹਨਾਂ ਨੂੰ ਉਹਨੇ ਬੈਟਰ ਤਰੀਕੇ ਨਾਲ ਨਹੀਂ ਹੋ ਰਿਹਾ। ਜੀ ਬਿਲਕੁਲ ਬਿਲਕੁਲ। ਚਲੋ ਆਉਣ ਵਾਲੇ ਦਿਨਾਂ ਦੇ ਵਿੱਚ ਕਿਉਂਕਿ ਅਹੁਦੇ ਬੜੇ ਅਹਿਮ ਨੇ ਤੇ ਨਾਲ ਹੀ ਨਾਲ ਇੱਕ ਅਹਿਮ ਖਬਰ ਪੰਜਾਬ ਦੇ, ਕਿਉਂਕਿ ਪੰਜਾਬ ਦੇ ਵਿੱਚ ਅੱਜ ਬੰਦ ਦੀ ਕਾਲ ਦਿੱਤੀ, ਇਹਨਾਂ ਦੇ ਵੱਲੋਂ ਇਹ ਕਾਲ ਦਿੱਤੀ ਗਈ ਹੈ, ਕਿਉਂ ਦਿੱਤੀ ਗਈ ਹੈ ਤੇ ਇਸ ਕਾਲ ਦਾ ਪੰਜਾਬ ਦੇ ਅੰਦਰ ਕਿੰਨਾ ਪ੍ਰਭਾਵ ਹੈ? ਕਿਵੇਂ ਦੇਖ ਰਹੇ ਹੋ ਪੂਰੀ ਖਬਰ ਨੂੰ ਜਦੋਂ ਪੂਰੇ ਪੰਜਾਬ ਨੂੰ ਬੰਦ ਦੀ? ਬਿਲਕੁਲ ਮਾਨ ਸਾਹਿਬ, ਇਹ ਖਬਰ ਬੜੀ ਮਹੱਤਵਪੂਰਨ ਆ ਕਿਉਂਕਿ ਇਹ ਪੰਜਾਬ ਬੰਦ ਦੀ ਜਿਹੜੀ ਕਾਲ ਦਿੱਤੀ ਗਈ ਹੈ ਕੁਝ ਅਸਾਈ ਜਥੇਬੰਦੀਆਂ ਵੱਲੋਂ ਔਰ ਉਹਨਾਂ ਨਾਲ ਬਹੁਜਨ ਸਮਾਜ ਪਾਰਟੀ ਨੇ ਉਸ ਦਾ ਸਹਿਯੋਗ ਦੇਣ ਦੀ ਗੱਲ ਕੀਤੀ ਹੈ ਕਿ ਸੱਦਾ ਜਿਹੜਾ ਉਹਨਾਂ ਨੇ ਦਿੱਤਾ। ਹੁਣ ਜਿਹੜੀਆਂ ਅਸਾਈ ਜਥੇਬੰਦੀਆਂ ਨੇ ਔਰ ਉਹਨਾਂ ਦੇ ਨਾਲ ਬਹੁਜਨ ਸਮਾਜ ਪਾਰਟੀ ਵੱਲੋਂ ਬੀਤੇ ਦਿਨ ਮਣੀਪੁਰ 'ਚ ਜੋ ਕੁਝ ਹੋਇਆ ਮਈ ਦੇ ਮਹੀਨੇ 'ਚ, ਉਸ ਦਾ ਵਿਰੋਧ ਪ੍ਰਗਟ ਕਰਨ ਵਾਸਤੇ ਪੰਜਾਬ ਬੰਦ ਦੀ ਜਿਹੜੀ ਕਾਲ ਆ ਅਸਾਈ ਜਥੇਬੰਦੀਆਂ ਵੱਲੋਂ ਦਿੱਤੀ ਗਈ ਹੈ। ਇਹਦੇ ਵਿੱਚ ਉਹਨਾਂ ਨੇ ਇਹ ਗੱਲ ਕਹੀ ਕਿ ਸ਼ਾਂਤਮਈ ਪੂਰਨ ਤੌਰ ਤੇ ਧਰਨਾ ਦਿੱਤਾ ਜਾਏਗਾ। ਸ਼ਾਂਤਮਈ ਧਰਨੇ ਦੇ ਨਾਲ ਹੀ ਨਾਲ ਉਹਨਾਂ ਨੇ ਕਿਹਾ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮੀ 5 ਵਜੇ ਤੱਕ ਦੁਕਾਨਾਂ, ਵਪਾਰਕ ਅਦਾਰੇ, ਵਿਦਿਅਕ ਅਦਾਰੇ ਸਭ ਬੰਦ ਰੱਖੇ ਜਾਣਗੇ। GT ਰੋਡ ਦੇ ਉੱਤੇ ਟ੍ਰੈਫਿਕ ਵੀ ਬੰਦ ਰੱਖਿਆ ਜਾਵੇਗਾ। ਉਹਦੇ ਨਾਲ ਹੀ ਨਾਲ ਸਿਰਫ ਤੇ ਸਿਰਫ ਜਿਹੜੀ ਐਂਬੂਲੈਂਸ ਆ ਜਾਂ ਐਮਰਜੈਂਸੀ ਸੇਵਾਵਾਂ ਤੇ ਰੋਕ ਨਹੀਂ ਲਾਈ ਜਾਵੇਗੀ ਤੇ ਧਰਨਾ ਜਿਹੜਾ ਆ ਬਿਲਕੁਲ ਸ਼ਾਂਤਮਈ ਲਾ ਕੇ ਮੇਨ ਹਾਈਵੇ ਤੇ ਜਾਂ ਸ਼ਹਿਰਾਂ ਦੇ ਵਿੱਚ ਉਹ ਲਾਏ ਜਾਣਗੇ ਤੇ ਦੁਕਾਨਾਂ ਆਦਿ ਬੰਦ ਜਿਹੜੀਆਂ ਸਟੇਸ਼ਨਾਂ ਨੂੰ ਬੇਨਤੀ ਕੀਤੀ ਕਿ ਉਹ ਦੁਕਾਨਾਂ ਆਦਿ ਬੰਦ ਰੱਖਣ। ਬਕਾਇਦਾ ਤੌਰ ਤੇ ਕੱਲ ਅਸਾਈ ਜਥੇਬੰਦੀਆਂ ਵੱਲੋਂ ਜਲੰਧਰ ਦੇ ਵਿੱਚ ਪ੍ਰੈਸ ਕਾਨਫਰੰਸ ਕਰਕੇ ਇਹਦਾ ਸੰਬੰਧੀ ਐਲਾਨ ਜਿਹੜਾ ਉਹ ਕੀਤਾ ਗਿਆ। ਹੁਣ ਵੀ ਕੁਝ ਨੇਤਾਵਾਂ ਦੇ ਬਿਆਨ ਆ ਰਹੇ ਆ ਔਰ ਇਹਦੇ ਵਿੱਚ ਹੁਣ ਕੁਝ ਵਾਲਮੀਕੀ ਸੰਗਠਨ ਵੀ ਨਾਲ ਜੁੜ ਗਏ ਆ ਤੇ ਨਾਲ ਹੀ ਨਾਲ ਬਹੁਜਨ ਸਮਾਜ ਪਾਰਟੀ ਭਾਵ ਦਲਿਤ ਵਰਗ ਵੀ ਇਹਦੇ ਨਾਲ ਜਿਹੜਾ ਆ ਇਸ ਬੰਦ ਪੰਜਾਬ ਬੰਦ ਦੇ ਸੱਦੇ ਦੇ ਵਿੱਚ ਉਹਨਾਂ ਨੇ ਆਪਣੀ ਸ਼ਮੂਲੀਅਤ ਜਿਹੜੀ ਆ ਉਹ ਕੀਤੀ ਹੈਗੀ। ਹੁਣ ਸਥਿਤੀ ਮਾਨ ਸਾਹਿਬ ਇਹ ਆ ਕਿ ਠੀਕ ਆ ਮਣੀਪੁਰ 'ਚ ਘਟਨਾਵਾਂ ਹੋਈਆਂ, ਬਹੁਤ ਦੁਖਦਾਈ ਘਟਨਾਵਾਂ ਨੇ, ਉਹਨਾਂ ਘਟਨਾਵਾਂ ਦੇ ਪ੍ਰਤੀ ਹਰ
ਬੰਦੇ ਦਾ, ਹਰ ਵਿਅਕਤੀ ਦਾ ਜਿਹੜਾ ਸਿਰ ਆ ਉਹ ਸ਼ਰਮ ਨਾਲ ਝੁਕ ਜਾਂਦਾ ਜੋ ਕੁਝ ਉੱਥੇ ਹੋਇਆ। ਪਰ ਮਾਨ ਸਾਹਿਬ ਇਹ ਗੱਲ ਚੰਗੀ ਹੁੰਦੀ ਕਿ ਜੇਕਰ ਇਹ ਪੰਜਾਬ ਬੰਦ ਦਾ ਐਲਾਨ ਜਿਹੜਾ ਹੈ, ਪੰਜਾਬ ਬੰਦ ਦਾ ਐਲਾਨ ਜਿਹੜਾ ਪੰਜਾਬ ਵਿੱਚ ਨਾ ਕਰਕੇ ਦਿੱਲੀ ਦੇ ਵਿੱਚ ਕੀਤਾ ਜਾਂਦਾ, ਦਿੱਲੀ ਕੇਂਦਰ ਸਰਕਾਰ ਦੇ ਖਿਲਾਫ ਕੀਤਾ ਜਾਂ ਬੇਸ਼ੱਕ ਇਸਾਈ ਜਥੇਬੰਦੀਆਂ ਵੱਲੋਂ ਤਰਕ ਤਾਂ ਇਹੋ ਦਿੱਤਾ ਜਾ ਰਿਹਾ ਕਿ ਇਹ ਕੇਂਦਰ ਸਰਕਾਰ ਦੇ ਖਿਲਾਫ ਹੈਗਾ, ਪਰ ਪੰਜਾਬ ਦੇ ਵਿੱਚ ਇਸ ਵੇਲੇ ਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਹੈਗੀ ਹੈ। ਹੁਣ ਅੱਜ ਦਾ ਜਿਹੜਾ ਇਹ ਬੰਦ ਹੋਏਗਾ, ਬੰਦ ਇਸ ਕਿੰਨੇ ਲੱਖਾਂ ਲੋਕ ਜਿਹੜੇ ਨੇ ਇਸ ਬੰਦ ਦਾ ਪ੍ਰਭਾਵਿਤ ਹੋਣੇ ਹੈ। ਬੇਸ਼ੱਕ ਇਸਾਈ ਜਥੇਬੰਦੀਆਂ ਵੱਲੋਂ ਜਾਂ ਬਹੁਜਨ ਸਮਾਜ ਪਾਰਟੀ ਵੱਲੋਂ ਇਸ ਕਿਹਾ ਗਿਆ, ਇਹ ਦਾਅਵਾ ਕੀਤਾ ਕਿ ਧਰਨੇ ਜਿਹੜੇ ਨੇ ਇਹ ਬੰਦ ਜਿਹੜਾ ਸ਼ਾਂਤਮਈ ਹੋਵੇਗਾ। ਪਰ ਮਾਨ ਸਾਹਿਬ ਬੀਤੇ ਦੌਰ ਦੇ ਵਿੱਚ ਤੁਸੀਂ ਇਹ ਗੱਲ ਨੂੰ ਜਾਣਦੇ ਹੋਵੋਗੇ ਕਿ ਜਦੋਂ ਇਹੋ ਜਿਹੇ ਬੰਦ ਦੇ ਐਲਾਨ ਹੁੰਦੇ ਆ ਤਾਂ ਕਿੰਨੇ ਕੁ ਬੰਦ ਸ਼ਾਂਤਮਈ ਹੁੰਦੇ ਆ। ਇਹ ਤੁਹਾਨੂੰ ਪਤਾ ਹੋਵੇਗਾ ਕਿ ਜਦੋਂ ਬੰਦ ਦਾ ਐਲਾਨ ਹੁੰਦਾ, ਬੰਦ ਕਿਸੇ ਖਾਸ ਤੌਰ ਤੇ ਕਿਸੇ ਜਥੇਬੰਦੀ ਵੱਲੋਂ ਕਿਸੇ ਧਰਮ ਨੂੰ ਵਿਸ਼ੇਸ਼ ਤੌਰ ਤੇ ਕੀਤਾ ਜਾਂਦਾ ਤਾਂ ਕੀ ਬੰਦ ਐਲਾਨ ਕਰਦਾ ਹੈ। ਕਿਉਂਕਿ ਮੈਂ ਬੰਦ ਪੰਜਾਬ ਵਿੱਚ ਅੱਜ ਦੇ ਨਹੀਂ ਵੇਖਣ ਡਿਆ, 1984 ਤੋਂ ਲੈ ਕੇ ਹੁਣ ਤੱਕ ਬੜੇ ਬੰਦ ਮੈਂ ਵੇਖੇ ਆ। ਚਲੋ ਸਟਾਰਟ ਤੇ ਇਹੋ ਗੱਲ ਕਹੀ ਜਾਂਦੀ ਕਿ ਸਾਡੇ ਬੰਦ ਸ਼ਾਂਤਮਈ ਹੋਣਗੇ, ਪਰ ਇਹ ਸ਼ਾਂਤਮਈ ਕਿਸ ਤਰੀਕੇ ਨਾਲ ਮਿੰਟਾਂ ਸਕਿੰਟਾਂ 'ਚ ਹਿੰਸਕ ਰੂਪ ਧਾਰਨ ਕਰ ਜਾਂਦੇ ਆ ਤੇ ਇਹਦੇ ਉਹ ਪਤਾ ਨਹੀਂ ਲੱਗਦਾ ਫਿਰ। ਤੇ ਜਿਸ ਤਰੀਕੇ ਨਾਲ ਫਿਰ ਜਾਨੀ ਮਾਲੀ ਨੁਕਸਾਨ ਹੁੰਦਾ ਉਹ ਇਹਨਾਂ ਬੰਦਾਂ ਦੇ ਵਿੱਚ ਹੀ ਹੁੰਦਾ। ਹਾਂ, ਕਿਸਾਨ ਅੰਦੋਲਨ ਪੰਜਾਬ ਅਸੀਂ ਕਹਿ ਸਕਦੇ ਕਿ ਅਜਿਹਾ ਅੰਦੋਲਨ ਸੀ ਜਿਹੜਾ 2 ਸਾਲ ਤੱਕ ਚੱਲਿਆ ਬਿਨਾਂ ਕਿਸੇ ਹਿੰਸਕ ਹੋਇਆ ਔਰ ਸ਼ਾਂਤਮਈ ਤਰੀਕੇ ਨਾਲ ਚੱਲਿਆ, ਤਾਂ ਉੱਥੇ ਤਾਂ ਉਹ ਪ੍ਰਾਪਤੀ ਹੋਈ, ਜਿੱਤ ਕੇ ਕਿਸਾਨ ਘਰ ਨੂੰ ਵਾਪਸ ਆਏ। ਬੇਸ਼ੱਕ ਸਰਕਾਰ ਵੱਲੋਂ ਉਸ ਅੰਦੋਲਨ ਨੂੰ ਫੇਲ ਕਰਨ ਵਾਸਤੇ ਕਈ ਤਰੀਕੇ ਅਜਮਾਏ ਗਏ, ਪਰ ਕਿਸਾਨਾਂ ਨੇ ਉੱਥੇ ਇੱਕ ਸ਼ਾਂਤਮਈ ਦਾ ਪ੍ਰਦਰਸ਼ਨ ਕੀਤਾ ਤੇ ਉਹ ਜੰਗ ਜਿਹੜੀ ਉਹਨਾਂ ਨੇ ਜਿੱਤੀ। ਇਤਿਹਾਸ ਵਿੱਚ ਇਹ ਦਰਜ ਰਹੇਗਾ। ਪਰ ਅਜਿਹੇ ਬੰਦ ਜਿਹੜੇ ਅੱਜ ਪੰਜਾਬ ਦੇ ਵਿੱਚ ਹੋਣੇ ਨੇ ਔਰ ਜਿਹਦੇ ਸੰਬੰਧੀ ਜਥੇਬੰਦੀਆਂ ਕਹਿ ਰਹੀਆਂ ਨੇ, ਇਸਾਈ ਜਥੇਬੰਦੀਆਂ ਜਾਂ ਹੋਰ ਵਾਲਮੀਕੀ ਸੰਗਠਨ ਕਹਿ ਰਹੇ ਕਿ ਇਹ ਧਰਨੇ ਬਿਲਕੁਲ ਸ਼ਾਂਤਮਈ ਹੋਏਗਾ, ਇਹ ਤੁਹਾਨੂੰ 9 ਵਜੇ ਤੋਂ ਬਾਅਦ ਪਤਾ ਲੱਗ ਜਾਏਗਾ ਕਿ ਜਦੋਂ ਟੋਲੀਆਂ ਦੇ ਰੂਪ 'ਚ ਇਹਨਾਂ ਨਾਲ ਸੰਬੰਧਿਤ ਨੌਜਵਾਨ ਵਰਗ ਝਟਕਾ ਤਾਂ ਨਿਕਲੇਗਾ। ਕਈਆਂ ਕੋਲ ਡਾਂਗਾਂ ਵੀ ਹੋਣਗੀਆਂ, ਕਈਆਂ ਕੋਲ ਤਲਵਾਰਾਂ ਵੀ ਹੋਣਗੀਆਂ, ਜ਼ਬਰਦਸਤੀ ਦੁਕਾਨਾਂ ਵੀ ਬੰਦ ਕਰਾਈਆਂ ਜਾਣਗੀਆਂ। ਹੁਣ ਸਮੱਸਿਆ ਇੱਥੇ ਇਹ ਆ ਕਿ ਜਿਨ੍ਹਾਂ ਇਲਾਕਿਆਂ ਦੇ ਵਿੱਚ ਹਿੰਦੂ ਭਰਾ ਜਾਂ ਹਿੰਦੂ ਜਥੇਬੰਦੀਆਂ ਸਰਗਰਮ ਨੇ ਉਹ ਕੁਦਰਤੀ ਤੌਰ ਤੇ ਇਸ ਦਾ ਵਿਰੋਧ ਕਿਸੇ ਹੋਰ ਤਰੀਕੇ ਨਾਲ ਕਰਨ, ਪਰ ਕਰਨਗੇ ਉਹ ਜ਼ਰੂਰ, ਕਿਉਂਕਿ ਜੇਕਰ ਜਿੱਥੇ ਭਾਜਪਾ ਸ਼ਾਸਤ ਰਾਜ ਨੇ ਉਹ ਵੀ ਇਸ ਮੁੱਦੇ ਨੂੰ ਕਰ ਸਕਦੇ, ਕਿਉਂਕਿ ਅਜੇ ਤੱਕ ਪ੍ਰਧਾਨ ਮੰਤਰੀ ਸਾਹਿਬ ਨੇ ਮਣੀਪੁਰ ਦੀ ਘਟਨਾ ਤੋਂ ਉੱਤੇ ਇੱਕ ਬਿਆਨ ਨਹੀਂ ਦਿੱਤਾ, ਤਾਂ ਜਿੱਥੇ ਭਾਜਪੀ ਲੋਕ ਜ਼ਿਆਦਾ ਹੋਣਗੇ ਹੋ ਸਕਦਾ ਕਿ ਉੱਥੇ ਵੀ ਟਕਰਾਅ ਜਿਹੜਾ ਪੈਦਾ ਹੋ ਜਾਵੇ। ਸੋ ਇਹ ਬੰਦ ਕਹਿ ਨੂੰ ਤਾਂ ਸ਼ਾਂਤਮਈ ਬੰਦ ਉਹਨਾਂ ਨੇ ਕਹਿ ਦਿੱਤਾ। ਇੱਥੋਂ ਤੱਕ ਕਿਹਾ ਕਿ ਹੱਥ ਵਿੱਚ ਜਿਹੜੇ ਇਸਾਈ ਲੀਡਰ ਨੇ ਪਵਿੱਤਰ ਬਾਈਬਲ ਨੂੰ ਲੈ ਕੇ ਉਹ ਕੱਢਣਗੇ। ਚੰਗੀ ਗੱਲ ਹੈਗੀ ਹੈ ਕਿ ਜੇਕਰ ਅਜਿਹਾ ਪ੍ਰਦਰਸ਼ਨ ਹੁੰਦਾ ਤਾਂ ਚੰਗੀ ਗੱਲ ਆ, ਪਰ ਇੱਥੇ ਆਪਣੇ ਮਾਨ ਸਾਹਿਬ ਇਹ ਵੀ ਤੁਹਾਨੂੰ ਯਾਦ ਰੱਖ ਲੈਣਾ ਚਾਹੀਦਾ ਕਿ ਅੱਜ ਜਿਸ ਤਰੀਕੇ ਨਾਲ ਇਸਾਈ ਜਥੇਬੰਦੀਆਂ ਇਹ ਗੱਲ ਕਹਿ ਰਹੀਆਂ ਕਿ ਜਦੋਂ ਅਸੀਂ ਜਲੂਸ ਕੱਢਾਂਗੇ ਤੇ ਸਾਡੇ ਹੱਥ ਵਿੱਚ ਆਪਣਾ ਵਿਰੋਧ ਪ੍ਰਦਰਸ਼ਨ ਕਰਾਂਗੇ ਤੇ ਸਾਡੇ ਹੱਥ ਵਿੱਚ ਬਾਈਬਲ ਹੋਵੇਗੀ। ਠੀਕ ਆ, ਬਾਈਬਲ ਹੋਣੀ ਵੀ ਚਾਹੀਦੀ ਹੈ, ਤੁਹਾਨੂੰ ਪਰਮਾਤਮਾ ਨੂੰ ਪਤਾ ਹੋਵੇ। ਪਰ ਥੋੜਾ ਜਿਹਾ ਤੁਹਾਨੂੰ ਮੈਂ ਪਿੱਛੇ ਕਰਵਾ ਦਾਂ ਕਿ ਤੁਹਾਨੂੰ ਯਾਦ ਹੋਵੇ ਕਿ ਅਜਨਾੜੇ ਥਾਣੇ ਦੀ ਜਦੋਂ ਘਟਨਾ ਹੁੰਦੀ ਹੈ ਤਾਂ ਉਦੋਂ ਵੀ ਅੰਮ੍ਰਿਤਪਾਲ ਸਿੰਘ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਪਵਿੱਤਰ ਬੀੜ ਨੂੰ ਲੈ ਕੇ ਗਿਆ ਸੀ ਤੇ ਫਿਰ ਵੇਖ ਲਓ ਉੱਥੇ ਥਾਣੇ ਦੇ ਵਿੱਚ ਕੀ ਕੁਝ ਹੋਇਆ, ਕਿਸ ਤਰੀਕੇ ਨਾਲ ਡਾਂਗਾਂ ਚੰਨੀਆਂ ਤੇ ਕਿਸ ਤਰੀਕੇ ਨਾਲ ਕੁੱਟਮਾਰ ਹੋਈ ਜਾਂ ਕਿਸ ਤਰੀਕੇ ਨਾਲ ਪਥਰਾਬਾਜ਼ੀ ਹੋਈ। ਪਰ ਸ਼ੁਕਰ ਹੈ ਪਰਮਾਤਮਾ ਦਾ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਉੱਥੇ ਨਹੀਂ ਹੋਈ ਜਾਂ ਪੁਲਿਸ ਵਾਲਿਆਂ ਨੇ ਇੱਕ ਵਧੀਆ ਆਪਣਾ ਜਿਹੜਾ ਸੀ ਜਜ਼ਬੇ ਦਾ ਜਿਹੜਾ ਪ੍ਰਗਟਾਵਾ ਕੀਤਾ ਤੇ ਕੁਝ ਵੀ ਉਹੋ ਜਿਹੀ ਸਥਿਤੀ ਪੈਦਾ ਨਹੀਂ ਹੋਣ ਦਿੱਤੀ। ਤਾਂ ਹੁਣ ਜਿਸ ਤਰੀਕੇ ਨਾਲ ਇਸਾਈ ਜਥੇਬੰਦੀਆਂ ਕਹਿ ਰਹੀਆਂ ਨੇ ਕਿ ਅਸੀਂ ਪਵਿੱਤਰ ਬਾਈਬਲ ਹੱਥ ਵਿੱਚ ਲੈ ਕੇ ਚੱਲਾਂਗੇ, ਠੀਕ ਹੈ, ਫਿਰ ਉਸ ਬਾਈਬਲ ਦੀ ਲਾਜ ਇਹਨਾਂ ਵਿਅਕਤੀਆਂ ਲਈ ਰੱਖਣੀ ਹੈ। ਇਸ ਤਰ੍ਹਾਂ ਨਾ ਹੋਵੇ ਕਿ ਇੱਕ ਪਾਸੇ ਹੱਥ 'ਚ ਪਵਿੱਤਰ ਬਾਈਬਲ ਹੋਵੇ ਤੇ ਦੂਜੇ ਪਾਸੇ ਹਜੂਮ ਜਿਹੜਾ ਹੁੱਲੜਬਾਜ਼ਾਂ ਦਾ ਉਹ ਡਾਂਗਾਂ ਨਾਲ ਲੋਕਾਂ ਨੂੰ ਕੁੱਟਦਾ ਹੋਵੇ ਜਾਂ ਦੁਕਾਨਾਂ ਤੇ ਮਾਰਦਾ ਹੋਵੇ। ਇਹ ਜਿਹੜੀ ਜ਼ਿੰਮੇਵਾਰੀ ਆ ਇਹ ਜ਼ਰੂਰ ਇਸ ਜਿਹੜੇ ਅੱਜ ਦੇ ਧਰਨੇ ਦੇ ਮੇਨ ਸੰਚਾਲਕ ਨੇ ਉਹਨਾਂ ਨੂੰ ਯਕੀਨੀ ਬਣਾ ਲੈਣਾ ਚਾਹੀਦਾ, ਜਾਂ ਤਾਂ ਫਿਰ ਬਾਈਬਲ ਹੱਥ 'ਚ ਰੱਖ ਲਓ ਜੇ ਬਾਈਬਲ ਸਮਝਦੇ ਜੇ ਕਿ ਜ਼ਰੂਰ ਇਸ ਤਰੀਕੇ ਦਾ ਪ੍ਰਭਾਵ ਚੰਗੀ ਗੱਲ ਆ, ਪਰ ਇਹ ਇਸ ਤਰ੍ਹਾਂ ਹੁੰਦਾ ਨਹੀਂ ਹੁੰਦਾ। ਇਸ ਤਰ੍ਹਾਂ ਨਾ ਹੋਵੇ ਕਿ ਇੱਕ ਪਾਸੇ ਬਾਈਬਲ ਹੋਵੇ ਤਾਂ ਉਹੋ ਜਿਹੀ ਘਟਨਾਵਾਂ ਉਸੇ ਤਰੀਕੇ ਨਾਲ ਘਟ ਜਾਣ ਜਿਹੋ ਜਿਹੀਆਂ ਬੀਤੇ ਦਿਨ ਅਜਨਾੜੇ ਦੇ ਵਿੱਚ ਸਾਨੂੰ ਵੇਖਣ ਨੂੰ ਮਿਲੀਆਂ ਸੀ। ਸੋ ਸਰਕਾਰ ਨੂੰ ਚਾਹੀਦਾ ਕਿ ਜੋ ਅੱਜ ਬੰਦ ਦਾ ਐਲਾਨ ਇਹ ਸ਼ਾਂਤਮਈ ਹੋ ਕੇ ਨਿਬੜੇ। ਇਸ ਤਰ੍ਹਾਂ ਨਾ ਹੋਵੇ ਕਿ ਦੋ ਫਿਰਕੇ ਜਾਂ ਹੋਰ ਆਮੋ ਸਾਹਮਣੇ ਆ ਜਾਣ। ਗੱਲ ਜਿਹੜੀ ਮਣੀਪੁਰ ਦੀ ਆ ਤੇ ਪੰਜਾਬ ਜਿਹੜਾ ਬਲਦੀ ਦੇ ਬੂਥੇ ਦੇ ਅੱਗੇ ਆ ਜੇ। ਜਥੇਬੰਦੀਆਂ ਨੂੰ ਜਿਨ੍ਹਾਂ ਨੇ ਬੰਦ ਦਾ ਐਲਾਨ ਕੀਤਾ ਉਹਨਾਂ ਨੂੰ ਵੀ ਆਪਣੀ ਜ਼ਿੰਮੇਵਾਰੀ ਠੀਕ ਤਰੀਕੇ ਨਾਲ ਨਿਭਾਉਣੀ ਚਾਹੀਦੀ ਹੈ ਤੇ ਦੂਜੇ ਪਾਸੇ ਪ੍ਰਸ਼ਾਸਨ ਨੂੰ ਵੀ ਚਾਹੀਦਾ ਕਿ ਇਸ ਬੰਦ ਦੌਰਾਨ ਪੰਜਾਬ ਦੇ ਅੰਦਰ ਕੋਈ ਵੀ ਮੰਦਭਾਗੀ ਘਟਨਾ ਨਾ ਵਾਪਰੇ। ਇਸ ਗੱਲ ਨੂੰ ਉਹਨਾਂ ਨੂੰ ਜ਼ਰੂਰ ਯਕੀਨੀ ਬਣਾ ਲੈਣਾ ਚਾਹੀਦਾ। ਜੀ ਜੀ ਬਿਲਕੁਲ। ਤੁਹਾਨੂੰ ਸਾਹਿਬ ਤੁਸੀਂ ਗੱਲਬਾਤ ਕਰ ਲਈ ਸਾਡੇ ਨਾਲ ਜੁੜੇ ਉਹਦੇ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਮਾਨ ਸਾਹਿਬ। तो इस सन् प्रोफैसर मनजीत सिंह अणकी जी जिन्होंने वालों अहम खबरों देना चाहते हैं। सानू ये चर्चा किवें लगी कमेंट करके जरूर दस्सिओ। अगले प्रोग्राम में फिर तो साडी होएगी मुलाकात। उद तक दिओ इजाजत। धन्यवाद।